सतनाम श्री वाहिगुरु साहिब जी। सतनाम श्री वाहिगुरु साहिब जी। अमृत वेला सच नाम वड्याई विचार। करमी आवे कपड़ा नदरी मोख द्वार। नानक एवै जानिए सब आपे सचियार। एक मन पुरख ध्याए बरदाता संत सहार सदा विख्याता। तास चरण लै हृदय बसावा तो परम गुरु नानक गुण गावा। तै पढ़ियो एक मन धरियो एक कर एक पछाणियो। नैन बैण मोह एक एक दोय ठाए न जाणियो। सुपन एक परतख एक एक समह लीना। तीस एक अर पंज सिद्ध 35 नखीणो। इको जी लाख लखो अलख है एक एक कर बरनिया। गुरे अमरदास जालप पढ़ तू एक लोड़ है एक मन्या। रहयो संत हो टोल साध बहु तेरे डिठे। सन्यासी तपसी मुखों ए पंडित मिठे। बरस एक हो फिरियो किने न परचो लायो। कहती है कहती सुनी रहत को खुशी न आयो। हर नाम छोड़ दूजा लगे तिनके गुण हो क्या कहो। गुरदइये मिलायो भिखिया जब तू रखे तिव रहो। कन हर बूंद बसोरो मावल कुसुम बसंत गनंत न आवे। राव सस किरण उदर सागर को गंग तरंग अंत को पावे। रुद्र ध्यान ज्ञान सतगुर के कब जन पल उन्हें जो गावे। भले अमरदास गुण तेरे तेरी उपमा तो है बन आवे। भले अमरदास गुण तेरे तेरी उपमा तो है बन आवे। बाणी गुरु गुरु है बाणी विच बाणी अमृत सारे। गुरबाणी कह सेवक जन माना। परतख गुरु निस्तारे। रतना रतन पदारथ बहु सागर भरिया राम। बाणी गुरबाणी लागे तिन हाथ चढ़िया राम। कहाँ बुद्ध प्रभ तुच्छ हमारी बरन सकै महिमा जो तिहारी। हम न सख्त कर सिफत तुम्हारी आप लिहो तुम कथा सुधारी। सतनाम श्री वाहिगुरु साहिब जी। माज महला पंजवा। सिफत सलाहन तेरा हुक्म रजाई। सो ज्ञान ध्यान जो तुध भाई।
ਸਿਫਤ ਸਲਾਹਣ ਤੇਰਾ ਹੁਕਮ ਰਜ਼ਾਈ। ਸੋ ਗਿਆਨ ਧਿਆਨ ਜੋ ਤੁਧ ਭਾਈ। ਸੋਈ ਜਪ ਜੋ ਪ੍ਰਭ ਜਿਉ ਭਾਵੈ। ਭਾਣੈ ਪੂਰ ਗਿਆਨਾ ਜੀਉ। ਅੰਮ੍ਰਿਤ ਨਾਮ ਤੇਰਾ ਸੋਈ ਗਾਵੈ। ਜੋ ਸਾਹਿਬ ਤੇਰੇ ਮਨ ਭਾਵੈ। ਤੂੰ ਸੰਤਨ ਕਾ ਸੰਤ ਤੁਮਾਰੇ। ਸੰਤ ਸਾਹਿਬ ਮਨ ਮਾਨਾ ਜੀਓ। ਤੂੰ ਸੰਤਨ ਕੀ ਕਰਹਿ ਪ੍ਰਤਪਾਲਾ। ਸੰਤ ਖੇਲਹਿ ਤੁਮ ਸੰਗ ਗੋਪਾਲਾ। ਆਪਣੇ ਸੰਤ ਤੁਧ ਖਰੇ ਪਿਆਰੇ। ਤੂੰ ਸੰਤਨ ਕੇ ਪ੍ਰਾਨਾ ਜੀਓ। ਉਨ ਸੰਤਨ ਕੈ ਮੇਰਾ ਮਨ ਕੁਰਬਾਨੇ। ਜਿਨ ਤੂੰ ਜਾਤਾ ਜੋ ਤੁਧ ਮਨ ਭਾਨੇ। ਤਿਨ ਕੈ ਸੰਗ ਸਦਾ ਸੁਖ ਪਾਇਆ। ਹਰ ਰਸ ਨਾਨਕ ਤ੍ਰਿਪਤ ਅਗਾਨਾ ਜੀਓ। ਆਪਣੇ ਉਨ ਸੰਤਨ ਕੈ ਮੇਰਾ ਮਨ ਕੁਰਬਾਨੇ। ਜਿਨ ਤੂੰ ਜਾਤਾ ਜੋ ਤੁਧ ਮਨ ਭਾਨੇ। ਤਿਨ ਕੈ ਸੰਗ ਸਦਾ ਸੁਖ ਪਾਇਆ। ਹਰ ਰਸ ਨਾਨਕ ਤ੍ਰਿਪਤ ਅਗਾਨਾ ਜੀਓ। ਸਿਫਤ ਸਲਾਹਣ ਤੇਰਾ ਹੁਕਮ ਰਜ਼ਾਈ। ਸੋ ਗਿਆਨ ਧਿਆਨ ਜੋ ਤੁਧ ਭਾਈ। ਸੋਈ ਜਪ ਜੋ ਪ੍ਰਭ ਜਿਉ ਭਾਵੈ। ਭਾਣੈ ਪੂਰ ਗਿਆਨਾ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ। ਵਾਲੀ ਦੋ ਜਹਾਨ ਹਲਤ ਪਲਤ ਦੇ ਰਾਖੇ ਲੋਕ ਪ੍ਰਲੋਕ ਦੇ ਸਹਾਇਤਾ ਕਰਤਾ। ਮੇਰਾਂ ਦੇ ਸਾਈਂ ਦਇਆ ਦੇ ਦਾਤੇ। ਰਾਜਿਆਂ ਦੇ ਰਾਜੇ ਮਹਾਰਾਜਿਆਂ ਦੇ ਮਹਾਰਾਜੇ। ਰਾਜਾਨ ਰਾਜਪਾਨ ਅਨਪਾਨ ਦੇਵਾਨ ਦੇਵ। ਉਪਮਾ ਮਹਾਨ ਮਹਾਮਈ ਉਪਮਾ ਦੇ ਮਾਲਕ ਸਾਹਿਬ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਸ਼ਬਦ ਵਿਚਾਰ ਵਿੱਚ ਸੁਰਤ ਬਿਰਤ ਕਰਕੇ ਜੁੜੇ ਸਮੂਹ ਸਤਸੰਗੀ ਜਨੋ। ਆਪ ਜੀ ਵਡਭਾਗੇ ਹੋ, ਧੰਨਤਾ ਦੇ ਯੋਗ ਹੋ, ਜਿਨ੍ਹਾਂ ਨੂੰ ਜੀਵਨ ਜ਼ਿੰਦਗੀ ਦੀਆਂ ਘੜੀਆਂ ਗੁਰੂ ਸ਼ਬਦ ਨਾਲ ਜੁੜ ਕਰਕੇ, ਸ਼ਬਦ ਦੀ ਵਿਚਾਰ 'ਚ ਜੁੜ ਕਰਕੇ ਸਫਲ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋਇਆ ਹੈ। ਵਡਭਾਗੀ ਹਰ ਸੰਗਤ ਪਾਵੈ। ਭਾਗਹੀਣ ਭ੍ਰਮ ਚੋਟਾ ਖਾਵੈ। ਬਿਨ ਭਾਗਾਂ ਸਤਸੰਗ ਨ ਲੱਭੈ। ਬਿਨ ਸੰਗਤ ਮੈਲ ਭਰੀਜੈ ਜੀਉ। ਸੋ ਚੱਲ ਰਹੀ ਪਾਵਨ ਪਵਿੱਤਰ ਲੜੀਵਾਰ ਕਥਾ ਵਿਚਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ। ਕੋਈ ਇੱਕ ਵੀ ਸ਼ਬਦ ਗੁਰੂ ਸਾਹਿਬਾਨ ਦੀ ਪਵਿੱਤਰ ਬਾਣੀ ਦਾ ਹਿਰਦੇ ਵਿੱਚ ਵਸਾ ਲਵੇ, ਕਮਾ ਲਵੇ। ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਬਹੁਤ ਵੱਡਾ ਖਜ਼ਾਨਾ ਨੇ। ਬੇਅੰਤ ਬੇਅੰਤ ਵਡਿਆਈ ਮੇਰੇ ਪਾਤਸ਼ਾਹ ਦੀ। ਇੱਕ ਸ਼ਬਦ ਵੀ ਜਿਸ ਨੇ ਗੁਰੂ ਸਾਹਿਬਾਨ ਦੀ ਪਵਿੱਤਰ ਬਾਣੀ ਦਾ ਅਰਥ ਸਮੇਤ ਹਿਰਦੇ ਵਸਾ ਲੈਣਾ ਕੀਤਾ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਇੱਕ ਅੱਖਰ 2 3 4 5 ਸ਼ਬਦਾਂ ਦਾ ਅੱਖਰਾਂ ਦਾ ਰਚਿਆ ਹੋਇਆ, ਸਪੈਲਿੰਗਾਂ ਦਾ ਬਣਿਆ ਹੋਇਆ ਅੱਖਰ, 2-4 ਹਿੱਸਿਆਂ ਦਾ ਬਣਿਆ ਹੋਇਆ ਅੱਖਰ। ਅੱਖਰ ਦਾ ਅਸਲੀ ਜਿਹੜਾ ਅਰਥ ਆ
ਉਹਦਾ ਮਤਲਬ ਇਹ ਆ ਜਮਾ ਖਰ, ਖਰ ਜਾਣਾ ਹੁੰਦਾ, ਮਿਟ ਜਾਣਾ, ਬਿਨਸ ਜਾਣਾ। ਤੇ ਮੂਹਰੇ ਲੱਗ ਗਿਆ ਐੜਾ, ਉਹਦਾ ਅੱਖਰ ਦਾ ਅਰਥ ਬਦਲ ਗਿਆ। ਜਿਹੜਾ ਨਹੀਂ ਬਿਨਸਦਾ, ਜਿਹੜਾ ਨਹੀਂ ਮਿਟਦਾ, ਜਿਹੜਾ ਸਦਾ ਕਾਇਮ, ਨਾ ਮੁੱਕਣ ਵਾਲਾ, ਨਾ ਖੁਰਨ ਵਾਲਾ, ਨਾ ਬਿਨਸਣ ਵਾਲਾ। ਇੱਕ ਅੱਖਰ ਹਰ ਮਨ ਬਸਦਾ, ਹਰੀ ਦਾ, ਪਰਮਾਤਮਾ ਦਾ, ਵਾਹਿਗੁਰੂ ਦਾ। ਇੱਕ ਅੱਖਰ ਜਿਹਦੇ ਹਿਰਦੇ ਅੰਦਰ ਬਸ ਗਿਆ, ਇੱਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਕੌਣ ਹੈ ਜਿਹੜਾ ਦੁਨੀਆ ਦੇ ਵਿੱਚ ਨਿਹਾਲਤਾਈ ਨੂੰ ਪ੍ਰਾਪਤ ਨਹੀਂ ਕਰਨਾ ਚਾਹੁੰਦਾ? ਨਿਹਾਲਤਾਈ ਹੁੰਦੀ ਖੁਸ਼ੀ, ਦੁੱਖਾਂ ਤੋਂ ਰਹਿਤ ਹੋਣਾ। ਦੁਨੀਆ ਤੇ ਕੋਈ ਬੰਦਾ ਐਸਾ ਨਹੀਂ ਹੋਏਗਾ ਜਿਹਨੂੰ ਸੁੱਖ ਨਹੀਂ ਚਾਹੀਦੇ ਹੋਣਗੇ। ਦੁਨੀਆ ਤੇ ਕੋਈ ਬੰਦਾ ਐਸਾ ਨਹੀਂ ਮਿਲੇਗਾ ਜਿਹੜਾ ਕਹਿੰਦਾ ਮੈਨੂੰ ਦੁੱਖਾਂ ਦੀ ਨਿਵਰਤੀ, ਮੇਰੇ ਦੁੱਖਾਂ ਦੀ ਨਿਵਰਤੀ ਜਿਹੜੇ ਵੀ ਤਰੀਕੇ ਹੋਵੇ ਮੈਂ ਕਰਨ ਨੂੰ ਤਿਆਰ। ਸੋ ਪਿਆਰੀ ਸਾਧ ਸੰਗਤ ਜੀ, ਸਤਿਗੁਰ ਜੀ ਕਹਿੰਦੇ ਜੇ ਲੋੜ ਹੈ ਸਦਾ ਸੁਖ ਭਾਈ, ਸਾਧੂ ਸੰਗਤ ਗੁਰਹਿ ਬਤਾਈ। ਉਹਾਂ ਜਪੀਐ ਕੇਵਲ ਨਾਮ, ਸਾਧੂ ਸੰਗਤ ਪਾਰ ਗਿਰਾਮ। ਤਾਤੇ ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਗੁਰਬਾਣੀ ਦਾ ਇੱਕ ਅੱਖਰ ਵੀ ਕਿਸੇ ਨੇ ਜੀਵਨ ਜ਼ਿੰਦਗੀ ਚ ਕਮਾ ਲਿਆ, ਕਿਸੇ ਦੀ ਜੀਵਨ ਜ਼ਿੰਦਗੀ ਚ ਇੱਕ ਅੱਖਰ ਵਸ ਗਿਆ ਸਤਿਗੁਰਾਂ ਦੀ ਬਾਣੀ ਦਾ, ਉਹ ਨਿਹਾਲ ਹੋ ਜਾਂਦਾ ਹੈ, ਦੁੱਖਾਂ ਤੋਂ ਰਹਿਤ ਹੋ ਜਾਂਦਾ। ਆਓ ਚੱਲ ਰਹੀ ਪਾਵਨ ਪਵਿੱਤਰ ਲੜੀਵਾਰ ਕਥਾ ਵਿਚਾਰ, ਜਿਸ ਮੁਤਾਬਕ ਅੱਜ ਦਾ ਪਾਵਨ ਸ਼ਬਦ ਹੁਣੇ ਆਪ ਜੀ ਨੇ ਸਰਵਣ ਕੀਤਾ ਹੈ, ਵਿਚਾਰ ਗੋਚਰਾ ਪ੍ਰਾਪਤ ਹੋਇਆ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਮਾਝ ਅੰਦਰ 100 ਅੰਗ ਤੇ ਸੁਸ਼ੋਭਿਤ ਪਾਵਨ ਸ਼ਬਦ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ। ਗੁਰੂ ਫਤਿਹ ਦੀ ਸਾਂਝ ਕਮਾਈਏ, ਫਿਰ ਵਿਚਾਰ ਅੱਗੇ ਤੋਰਦੇ ਆ। ਪਿਆਰ ਸਹਿਤ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਪਰੰਤ ਸ਼ਰਧਾ ਭਾਵਨਾ ਨਿਰਮਾਣਤਾ, ਮਨ ਦੀ ਇਕਾਗਰਤਾ, ਸਰੀਰ ਦੀ ਸਾਵਧਾਨਤਾ ਦੇ ਸਹਿਤ ਹੋ ਕਰਕੇ ਆਓ ਸਰਵਣ ਕਰਦੇ ਹਾਂ ਜੀ। ਬਾਜ ਮਹੱਲਾ ਪੰਜਵਾ। ਸਿਫਤ ਸਲਾਹਣ ਤੇਰਾ ਹੁਕਮ ਰਜ਼ਾਈ, ਸੋ ਗਿਆਨ ਧਿਆਨ ਜੋ ਤੁਧ ਭਾਈ। ਪੰਜਵੇਂ ਪਾਤਸ਼ਾਹ ਜੀ ਬਚਨ ਕਰਦੇ ਨੇ ਮਾਝ ਰਾਗ ਵਿੱਚ ਕਿ ਹੇ ਪ੍ਰਭੂ, ਕੋਈ ਮਨੁੱਖ ਤੇਰੀ ਰਜ਼ਾ ਵਿੱਚ ਚੱਲ ਪਵੇ, ਸਿਫਤ ਸਲਾਹਣ ਤੇਰਾ ਹੁਕਮ ਰਜ਼ਾਈ, ਤੇਰੇ ਹੁਕਮ ਦੀ ਰਜ਼ਾ ਵਿੱਚ ਕੋਈ ਆ ਜਾਵੇ, ਇਹੀ ਸਭ ਤੋਂ ਵੱਡੀ ਤੇਰੀ ਸਿਫਤ ਸਲਾਹ ਗਾਇਨ ਕਰਨੀ ਹੈ। ਮਨੁੱਖੀ ਜੀਵਨ ਦੇ ਵਿੱਚ ਹਰ ਮਨੁੱਖ ਦੇ ਹਾਲਾਤ ਬਦਲਦੇ ਰਹਿੰਦੇ ਹਨ। ਜੀਵਨ ਜ਼ਿੰਦਗੀ ਵਿਰਲਿਆਂ ਦੀ ਸਾਵੀਂ ਸੁਖਾਵੀਂ ਹੁੰਦੀ ਹੈ। ਬਹੁਤੇ ਜਦੋਂ ਸੁੱਖ ਆ ਜਾਂਦਾ ਉਦੋਂ ਰੱਬ ਨੂੰ ਭੁੱਲ ਜਾਂਦੇ ਨੇ। ਇਹ ਵੀ ਰਜ਼ਾ ਤੋਂ ਬਾਹਰ ਹੋਣਾ ਹੀ। ਜਦੋਂ ਦੁੱਖ ਆ ਜਾਂਦੇ ਨੇ ਫਿਰ ਹਾਲ ਪਾਰਿਆ ਕਰਦੇ ਨੇ ਦੁੱਖ ਦੇ ਵਿੱਚ, ਤੇ ਫਿਰ ਪ੍ਰਮਾਤਮਾ ਕਿੱਥੋਂ ਚੇਤੇ ਆਉਣਾ? ਜੇ ਸੁੱਖ ਵਿੱਚ ਨਹੀਂ ਆਇਆ ਤੇ ਦੁੱਖ ਵਿੱਚ ਵੀ ਕਿੱਥੋਂ ਆਉਣਾ? ਫਿਰ ਤੇ ਉਹ ਵਿਪਤਾ ਦੀ ਘੜੀ ਕਿਵੇਂ ਟਲੇ? ਨਹੀਂ ਟਲਦੀ ਜੀ। ਸੋ ਮਹਾਰਾਜ ਕਹਿੰਦੇ ਪ੍ਰਮਾਤਮਾ ਦੀ ਰਜ਼ਾ ਵਿੱਚ ਜਿਹੜਾ ਆ ਗਿਆ, ਇਹੀ ਉਸ ਦੀ ਸਭ ਤੋਂ ਵੱਡੀ ਸਿਫਤ ਸਲਾਹ ਹੈ। ਸਿਫਤ ਸਲਾਹਣ, ਸਲਾਹਣਾ, ਵਡਿਆਈ ਦੇਣੀ, ਪ੍ਰਮਾਤਮਾ ਦੀ ਸਿਫਤ ਕਰਕੇ ਉਪਮਾ ਕਰਨੀ।
तेरा हुक्म रजाई। यही तेरे रजा दे विच चलना ही जीव दे लई सिफत सलाहता है तेरी। जो प्राणी दुख ते सुख दे विच सदा तेरी रजा विच रहिंदा, ये भी तपस्या, ये भी बंदगी है, ये भी तेरी सिफत सलाह ही है। जे भुख दे ता इत ही राजा, दुख विच सूख मनाई। दुख दे विच भी सुख मनना, सुख ही महसूस करना, सिफत सलाह हुण तेरा हुक्म रजाई। महाराज अगे कहंदे सो ज्ञान ध्यान जो तुध भाई। वाहिगुरु असल ज्ञान, आत्मक सोझी, ध्यान तेरे चरणा कमलों दे नाल सुरत जुड़ी रवे। ये सारा तदों ही सफल है जो तुद भाई, जो तेनू भा जावे। सो ज्ञान ध्यान जो तुद भाई, जिहड़ा तेनू भा गया ना, ओही ज्ञान मनुख दा भला करदा है। ओही ध्यान लाया होया ध्यानी दा भला करदा है। सोई जप जो प्रभ जियो भावै, भाणै पूर गया ना जियो। ओही जप, जप नाम हुंदा सिमरन दा प्यारियो। वार वार शब्द दा जाप करना, सिमरन करना। पंज प्यारे सिंह साहिबान खांडे बाटे दी पौल वरताउण मौकिया। जग्यासू नूं सिख नूं वाहिगुरु मंत्र दृढ़ाउंदे ने। वाहिगुरु गुरमंत्र है जप हਉ मैं खोई। वाहिगुरु साहब सच्चे पातशाह वाहिगुरु निरंकार दा लिखाया एक शब्द है, जेड़ा उस वाहिगुरु दा जप करदा है, सिमरन करदा है। सोई जप जो प्रभ जियो भावै। एक जप हुंदा भी करके ते मन निमरता विच आउंदा। फिर सुनना, जाप कीतियों मन दा निमरता विच आउणा जरूरी है। ते जे जाप तप करके कोई बंदा हंकार कर लवे ते कांटा बदल जांदा। मारे कहंदे अनक तपस्या करे अहंकार, नरक सुरग फिर फेरे अवतार। है कोई गुंजाइश रहन दित्ती महाराज ने ना। कहंदे नाना प्रकार दा जाप तप कर लवे ते करके कर लवे हंकार। वो पंक्ति आउंदी ना मेरे पातशाह दी आशा दी वार दे विच, मत थोड़ी सेव गवाई है। मत जिन्हां दी हौली हुंदी है, वो सेवा करके जाप तप करके ते हंकार कर बैठे ने। हौली मत दी निशानी ते कीती हुई सेवा कीता होया जाप तबाह कर लिया, डिलीट हो गया सारा, किसे खाते च नहीं गया। इस करके मत थोड़ी सेव गवाइए, थोड़ी बुद्धि अकल तुच्छ होवे ते गुरु परायण हो जाओ। गुरु साहिबान दे अगे समर्पण हो जो। महाराज मेरी मत बौरी में राम विसारे। मेरी मत बौरी है, कमली मत, तुच्छ बुद्धि है। मैं तेनू प्यारे प्रीतम नू भुल बैठी। मित्र प्यारा नानक जियो छड़ गवाया। रंग कसुंबै भुली तो सज्जन की मैं कीम न पाउंदी। हाँ तुद बिन अड न लहंदी।
ਅੱਡ ਨਾਮ ਹੁੰਦਾ ਅੱਧੀ ਦਮੜੀ ਦਾ। ਮਿੱਤਰ ਪਿਆਰਿਆ ਜਿਹੜਾ ਨਾਲ ਨਿਭਣ ਵਾਲਾ ਸੀ ਉਹਨੂੰ ਛੱਡ ਗਵਾਇਆ। ਕਸੁੰਬੇ ਦੇ ਰੰਗ ਵਿੱਚ ਭੁੱਲ ਗਈ। ਕਸੁੰਬੜੇ ਦਾ ਫੁੱਲ ਜਿਹੜਾ ਹੁੰਦਾ ਨਾ, ਬੜਾ ਥੋੜ ਚਿਰਾ ਜੀਵਨ ਹੁੰਦਾ ਉਹਦਾ। ਸੂਰਜ ਦੇ ਚੜ੍ਹਾਅ ਨਾਲ ਖਿੜਦਾ ਤੇ ਦੁਪਹਿਰ ਦੀ ਸੂਰਜ ਦੀ ਤਾਪ ਨਹੀਂ ਝੱਲਦਾ। ਸ਼ੋਖ ਰੰਗ ਹੁੰਦਾ, ਪਹਾੜਾਂ ਦੀਆਂ ਕੰਦਰਾਂ ਦੇ ਵਿੱਚ ਹੀ ਉੱਗਦਾ ਤੇ ਉੱਥੇ ਹੀ ਝੜ ਜਾਂਦਾ। ਸਵੇਰੇ ਖਿੜਿਆ ਦੁਪਹਿਰ ਨੂੰ ਝੜ ਗਿਆ। ਸੰਸਾਰ ਦੇ ਜਿਹੜੇ ਰਸ ਕਸ ਨੇ, ਵਿਸ਼ੇ ਭੋਗ ਨੇ, ਕਸੁੰਬੇ ਦੇ ਫੁੱਲ ਦੀ ਨਿਆਈ ਨੇ। ਮਿੱਤਰ ਪਿਆਰਾ ਨਾਨਕ ਜੀਓ ਮੈਂ ਛੱਡ ਗਵਾਇਆ, ਰੰਗ ਕਸੁੰਬੈ ਭੁੱਲੀ। ਸੰਸਾਰ ਦੇ ਵਿਸ਼ੇ ਵਾਸ਼ਨਾਵਾਂ ਰਸਾਂ ਕਸਾਂ ਵਿੱਚ ਮੈਂ ਭੁੱਲ ਗਈ। ਪਿਆਰੇ ਮਿੱਤਰ ਨੂੰ ਮੈਂ ਛੱਡ ਗਵਾਇਆ, ਪਾਸੇ ਕਰ ਦਿੱਤਾ। ਤੋ ਸੱਜਣ ਕੀ ਮੈਂ ਕੀਮ ਨਾ ਪਾਉਂਦੀ, ਹਉ ਤੁਧ ਬਿਨ ਅੱਡ ਨਾ ਲਹੰਦੀ। ਪਿਆਰੇ ਪ੍ਰੀਤਮਾ, ਮੈਂ ਤੇਰੀ ਕੀਮਤ ਨੂੰ ਆਂਕਿਆ ਨਾ। ਵੈਸੇ ਤਾਂ ਮੁਕੰਮਲ ਰੂਪ ਵਿੱਚ ਰੱਬ ਦੀ ਕੀਮਤ ਨੂੰ ਕੋਈ ਆਂਕ ਨਹੀਂ ਸਕਦਾ, ਪਰ ਮੈਂ ਤੇਰੀ ਕਰਨੀ ਨੂੰ ਪਛਾਣਿਆ ਨਾ, ਤੇਰੀ ਵਡਿਆਈ ਨੂੰ ਸਮਝਿਆ ਨਾ। ਤਉ ਸੱਜਣ ਕੀ ਮੈਂ ਕੀਮ ਨਾ ਪਾਉਂਦੀ, ਹਾਂ ਤੁਧ ਬਿਨ ਅੱਡ ਨਾ ਲਹੰਦੀ। ਅੱਡ ਦਾਮ ਅੱਧੀ ਦਮੜੀ ਵੀ ਮੇਰਾ ਮੁੱਲ ਨਾ ਰਿਹਾ ਤੈਥੋਂ ਦੂਰ ਹੋ ਕਰਕੇ। ਇਸ ਕਰਕੇ ਸਾਰੇ ਜਾਪ ਤਾਪ ਸੋਈ ਜਪ ਜੋ ਪ੍ਰਭ ਜੀਓ ਭਾਵੈ, ਭਾਣੈ ਪੂਰ ਗਿਆਨਾ ਜੀਓ। ਜਿਹੜਾ ਜੀਵ ਉਸ ਪਰਮਾਤਮਾ ਨੂੰ ਭਾ ਗਿਆ, ਉਹਦੇ ਸਾਰੇ ਗਿਆਨ ਧਿਆਨ ਪੂਰੇ ਹਨ ਜੀ। ਅੰਮ੍ਰਿਤ ਨਾਮ ਤੇਰਾ ਸੋਈ ਗਾਵੇ, ਸੋ ਸਾਹਿਬ ਤੇਰੇ ਮਨ ਭਾਵੈ। ਹੇ ਵਾਹਿਗੁਰੂ, ਤੇਰਾ ਪਾਵਨ ਅੰਮ੍ਰਿਤ ਰੂਪੀ ਨਾਮ ਉਹੀ ਪੁਰਸ਼ ਗਾਉਂਦਾ ਹੈ, ਤੇਰੀ ਸਿਫਤ ਸਲਾਹ ਨੂੰ ਉਹੀ ਗਾਉਂਦਾ ਹੈ। ਸਾਹਿਬਾ, ਜੋ ਤੇਰੇ ਮਨ ਨੂੰ ਭਾ ਗਿਆ ਹੈ, ਚੰਗਾ ਲੱਗ ਗਿਆ, ਜਿਨ੍ਹਾਂ ਨੂੰ ਮੇਰੇ ਪਾਤਸ਼ਾਹ ਨੇ ਆਪਣੇ ਦਰ ਕਰ ਦੀ ਵਡਿਆਈ ਦੀ ਦਾਤ ਦੇ ਦਿੱਤੀ, ਸਮਝੋ ਉਹ ਮਾਲਕ ਦੇ ਮਨ ਨੂੰ ਭਾ ਗਏ। ਜੋ ਦਿਲੋਂ ਪਿਆਰ ਨਾਲ ਗਾਉਂਦੇ ਨੇ ਉਹਦਾ ਜਸ। ਅੰਮ੍ਰਿਤ ਨਾਮ ਤੇਰਾ ਸੋਈ ਗਾਵੇ, ਸੋ ਜੋ ਸਾਹਿਬ ਤੇਰੇ ਮਨ ਭਾਵੈ। ਮਾਲਕਾ, ਜੋ ਤੇਰੇ ਮਨ ਨੂੰ ਭਾ ਜਾਂਦਾ। ਤੂੰ ਸੰਤਨ ਕਾ ਸੰਤ ਤੁਮਾਰੇ, ਸੰਤ ਸਾਹਿਬ ਮਨ ਮਾਨਾ ਜੀਓ। ਮੇਰੇ ਪ੍ਰੀਤਮਾ, ਤੂੰ ਆਪਣੇ ਗੁਣ ਗਾਇਨ ਕਰਨ ਵਾਲੇ ਸੰਤਾਂ ਦਾ ਹੈ ਤੇ ਸੰਤ ਤੇਰੇ ਨੇ। ਮੇਰੇ RAM ਰਾਏ, ਤੂੰ ਸੰਤਾ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭਉ ਕਿਛ ਨਾਹੀ, ਜਾਮ ਨਹੀਂ ਆਵੇ ਨੇੜੇ। ਉਹਨਾਂ ਦੇ ਨੇੜੇ ਜਾਮ ਆਉਂਦਾ ਹੀ ਨਹੀਂ। ਧਰਮ ਰਾਜੇ ਦਾ ਜਮਦੂਤਾਂ ਨੂੰ ਕਹਿ ਰੱਖਿਆ, ਜੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅਣਾ ਹੋਣਾ ਤੂੰ ਨਹਿ ਛੁਟੈ, ਨਿਕਟ ਨ ਜਾਈ ਉਹ ਦੂਤ। ਕੀ ਮਜਾਲ ਹੈ ਜੀ ਰੱਬ ਦੇ ਪਿਆਰਿਆਂ ਦੇ ਪਾਸ ਚਲਿਆ ਜਾਵੇ ਜਮਦੂਤਾਂ ਦਾ ਟੋਲਾ, ਕਦੇ ਵੀ ਨਹੀਂ। ਉਹਨਾਂ ਲਈ ਦੇਵਗਣ ਆਉਂਦੇ ਨੇ, ਬੈਕੁੰਠ ਵਿਵਾਨ ਤੇ ਸਜਾ ਕਰਕੇ ਲਿਜਾਂਦੇ ਨੇ, ਕਿਉਂਕਿ ਸਰੀਰ ਕਰਕੇ ਤਾਂ ਹਰ ਇੱਕ ਨੇ ਜਾਣਾ ਸੰਸਾਰ ਤੋਂ। ਜਾਣ ਦੇ ਵਿੱਚ ਫਰਕ ਹੁੰਦਾ ਹੈ। ਸੋ ਤੂੰ ਸੰਤਨ ਕਾ ਸੰਤ ਤੁਮਾਰੇ, ਸੰਤ ਸਾਹਿਬ ਮਨ ਮਾਨਾ ਜੀਉ। ਵਾਹਿਗੁਰੂ ਦਾ ਮਨ, ਵਾਹਿਗੁਰੂ ਦਾ ਹਿਰਦਾ ਆਪਣੇ ਪਿਆਰੇ ਸੰਤ ਜਨਾਂ ਤੇ ਪਤੀਜ ਗਿਆ, ਮੰਨ ਗਿਆ ਹੈ। ਤੂੰ ਸੰਤਨ ਕੀ ਕਰਹਿ ਪ੍ਰਤਪਾਲਾ, ਸੰਤ ਖੇਲੇ ਤੁਮ ਸੰਗ ਗੋਪਾਲਾ। ਹੇ ਵਾਹਿਗੁਰੂ ਜੀ, ਤੁਸੀਂ ਆਪਣੇ ਪਿਆਰੇ ਸੰਤਾਂ ਦੀ ਸਭ ਪ੍ਰਕਾਰ ਨਾਲ ਪ੍ਰਤਪਾਲਨਾ ਕਰਦੇ ਹੋ, ਰੱਖਿਆ ਕਰਦੇ ਹੋ, ਉਹਨਾਂ ਦੀ ਪਾਲਣਾ ਪੋਸ਼ਣਾ ਕਰਦੇ ਹੋ।
ਉਹਨਾਂ ਦੇ ਮਾਤਰ ਸੰਕਲਪ ਦੇ ਨਾਲ ਹੀ ਉਹਨਾਂ ਦੀਆਂ ਮਨ ਦੀਆਂ ਜਿਹੜੀਆਂ ਇੱਛਾਵਾਂ ਹੁੰਦੀਆਂ ਨੇ, ਵੈਸੇ ਤਾਂ ਨਿੱਜੀ ਤੌਰ ਤੇ ਉਹਨਾਂ ਦੀ ਕੋਈ ਇੱਛਾ ਨਹੀਂ ਹੁੰਦੀ, ਉਹਨਾਂ ਦੇ ਅੰਦਰ ਇੱਛਾ ਇੱਕ ਹੁੰਦੀ ਹੈ। ਇੱਕ ਕਿਹੜੀ? ਪਰਉਪਕਾਰ ਦੀ। ਪਰਉਪਕਾਰ ਨਿਤ ਚਿਤਵਤੇ ਨਾਹੀ ਕਿਛ ਪੋਚ। ਉਹ ਨਿਤਾਂ ਪ੍ਰਤੀ ਪਰਉਪਕਾਰ ਨੂੰ ਚਿਤਵਦੇ ਨੇ, ਮਨ ਚ ਲੋਚਦੇ ਨੇ। ਹੋਰ ਉਹਨਾਂ ਨੂੰ ਕੋਈ ਪੋਚ ਨਾਮ ਹੁੰਦਾ ਸਵਾਰਥ ਦਾ, ਆਪਣਾ ਕੋਈ ਨਿੱਜੀ ਸਵਾਰਥ ਨਹੀਂ ਹੁੰਦਾ। ਤਾਤੇ ਆਪਣੇ ਸੰਤ ਤੁਧ ਖਰੇ ਪਿਆਰੇ, ਤੂੰ ਸੰਤਨ ਕਾ ਸੰਤ ਤੁਮਾਰੇ। ਸੰਤ ਸਾਹਿਬ ਮਨ ਮਾਨਾ ਜਿयो, ਤੂੰ ਸੰਤਨ ਕੀ ਕਰੈ ਪ੍ਰਤਪਾਲਾ। ਸੰਤ ਖੇਲੈ ਤੁਮ ਸੰਗ ਗੋਪਾਲਾ। ਇਹ ਗੋਪਾਲ ਵਾਹਿਗੁਰੂ ਸਰੂਪ ਸੰਤ ਜਨ ਤੇਰੇ ਪ੍ਰੇਮ ਦੀ ਖੇਡ ਵਿੱਚ ਆਪਣਾ ਆਪਾ ਸ਼ਾਮਲ ਕਰਦੇ ਨੇ। ਇਹ ਸੰਸਾਰ ਜੋ ਤੂੰ ਰਚਿਆ, ਇਹ ਮਖਲੂਕਾਤ ਰਚੀ, ਸੰਸਾਰ ਦੇ ਜੀ ਜੰਤ ਰਚੇ, ਇਹ ਸਾਰਿਆਂ ਦੇ ਵਿੱਚ ਸੰਤ ਜਨ ਤੇਰਾ ਰੂਪ ਤੱਕਦੇ ਨੇ। ਜੋ ਦਿਸੈ ਸੋ ਤੇਰਾ ਰੂਪ। ਸਭਨੀ ਥਾਈਂ ਉਹਨਾਂ ਨੂੰ ਤੂੰ ਰਮਿਆ ਆਉਣਾ ਹੈ। ਜਿਵੇਂ ਭਗਤ ਨਾਮਦੇਵ ਜੀ ਆਉਣੇ, ਉਹਨਾਂ ਦਾ ਪਾਵਨ ਪ੍ਰਕਾਸ਼ ਦਿਹਾੜਾ ਲੰਘ ਕੇ ਗਿਆ। ਕੀ ਹੋਇਆ, ਇੱਕ ਵਾਰੀ ਵੀ ਨਿਰਵਰਤੀ ਪੱਖ ਵਿੱਚ ਸਨ। ਉਧਰ ਤਾਂ ਸਭ ਨੂੰ ਲੱਗਾ ਹੋਇਆ ਪੇਟ, ਸਭ ਨੂੰ ਲੱਗਾ ਭੁੱਖ ਲੱਗਦੀ ਹੈ। ਉਹਨਾਂ ਨੇ 2 ਪ੍ਰਸ਼ਾਦਿਆਂ ਦਾ ਆਟਾ ਮਲਿਆ, ਪ੍ਰਸ਼ਾਦੇ 2 ਲਾ ਕੇ ਪੌਣੇ ਚ ਲਪੇਟ ਲਏ। ਰਾਤ ਦਾ ਦਾਲਾ ਪਿਆ ਸੀ ਥੋੜਾ, ਉਹ ਕੋਇਲਿਆਂ ਦੇ ਉੱਤੇ ਕੌਲੀ ਬਾਟੀ ਰੱਖ ਲਈ ਵੀ ਗਰਮ ਹੋ ਜਾਵੇ ਥੋੜਾ। ਜਦੋਂ ਧਿਆਨ ਹੁਣ ਕੋਲਿਆਂ ਤੇ ਪਈ ਹੋਈ ਬਾਟੀ ਤੇ ਆ, ਤੇ ਪਿੱਛੋਂ ਭਗਵਾਨ ਜੀ ਆ ਗਏ, ਕੁੱਤੇ ਦਾ ਰੂਪ ਧਾਰਨ ਕੀਤਾ। ਕੁੱਤੇ ਦੇ ਰੂਪ ਵਿੱਚ ਆ ਕੇ ਮਲਕ ਦੇਣੇ ਉਹ ਜਿਹੜੇ ਪੌਣੇ ਦੇ ਵਿੱਚ 2-4 ਪ੍ਰਸ਼ਾਦੇ ਪਕਾ ਕੇ ਰੱਖੇ ਸੀ, ਉਹ ਚੱਕਿਆ ਪੌਣਾ ਰੋਟੀਆਂ ਸਮੇਤ, ਤੇ ਕੁੱਤਾ ਹੋ ਗਿਆ ਕੀਲੇ ਦੀ ਬਾਟ ਤੇ ਚਲਿਆ ਗਿਆ। ਜਦ ਨੂੰ ਉਹਨਾਂ ਨੇ ਕਿਹਾ ਵੀ ਦਾਲ ਗਰਮ ਹੋ ਗਈ, ਕੌਲੀ ਪਕੜ ਕੇ ਉਤਾਰੀ ਕੋਲਿਆਂ ਤੋਂ, ਤੇ ਛਾਬੇ 'ਚ ਨਿਗਾਹ ਮਾਰੀ। ਜਦ ਛਾਬੇ 'ਚ ਨਿਗਾਹ ਮਾਰੀ ਤੇ ਪ੍ਰਸ਼ਾਦਿਆਂ ਵਾਲਾ ਪੌਣਾ ਹੈ ਕੋਈ ਨਹੀਂ। ਕਹਿੰਦੇ ਵੀ ਮੈਂ ਵੀ ਇੱਥੇ ਬੈਠਾ, ਮੇਰਾ ਧਿਆਨ ਇੱਧਰ ਮੱਗ ਦੇ ਕੋਲਿਆਂ ਵੱਲ ਸੀ, ਦਾਲ ਸਬਜ਼ੀ ਵਾਲੇ ਪਾਸੇ। ਇੰਨੀ ਜਲਦੀ ਕੌਣ ਆਇਆ ਤੇ ਕੌਣ ਲੈ ਗਿਆ ਪ੍ਰਸ਼ਾਦੇ? ਜਦ ਦੂਰ ਤੱਕ ਨਿਗਾਹ ਮਾਰੀ ਤੇ ਕੁੱਤਾ ਮੁੱਖ ਦੇ ਵਿੱਚ ਰੋਟੀਆਂ ਉਠਾ ਕੇ ਤੁਰਿਆ ਜਾ ਰਿਹਾ। ਹੁਣ ਜੇ ਤਾਂ ਕੋਈ ਹੁੰਦਾ ਹੋਰ ਬੰਦਾ ਦੁਨਿਆਵੀ ਬਿਰਤੀ ਵਾਲਾ, ਤੇ ਭਾਵੇਂ ਬਲਦਾ ਚੋ ਹੀ ਮਗਰ ਲੈ ਕੇ ਚੜ ਜਾਂਦਾ, ਵਗਾਤਾ ਮਾਰਦਾ, ਡਾਂਗ ਸੋਟਾ, ਕੁੱਤੇ ਦੀ ਵੀ ਹੱਡੀ ਪਸਲੀ ਇੱਕ ਕਰ ਦਿੰਦਾ। ਪਰ ਐਸਾ ਹੋਇਆ ਨਹੀਂ। ਉੱਥੇ ਹੁਣ ਰੱਬ ਦੇ ਪਿਆਰੇ ਸੀ ਨਾ, ਸੰਤ ਜਨ, ਭਗਤ ਜਨ, ਨਾਮਦੇਵ ਜੀ ਸਨ। 72 ਵਾਰੀ ਪ੍ਰਤੱਖ ਦੀਦਾਰ ਹੋਏ ਰੱਬ ਦੇ। ਨਾਮਦੇਵ ਜੀ ਲਈ ਦੇਹਰਾ ਵੀ ਫੇਰ ਦਿੱਤਾ ਸੀ। ਜਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਲਈ ਮੱਕਾ ਫਿਰਿਆ ਸੀ, ਏਦਾਂ ਭਗਤ ਨਾਮਦੇਵ ਜੀ ਦਾ ਉਹ ਪਾਵਨ ਸ਼ਬਦ ਹੁੰਦਾ ਹੈ, ਹਸਤ ਖੇਲਤ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ। ਉਹ ਪਾਵਨ ਇਤਿਹਾਸਕ ਸ਼ਬਦ ਹੈ। ਪੰਡਰਪੁਰ ਜਿੱਥੇ ਭਗਤ ਜੀ ਦਾ ਅਸਥਾਨ ਆ, ਸ੍ਰੀ ਹਜ਼ੂਰ ਸਾਹਿਬ ਤੋਂ 80-85 ਕਿਲੋਮੀਟਰ ਅੱਗੇ ਜਾ ਕੇ ਦਰਸ਼ਨ ਕਰ ਸਕੀਦੇ ਨੇ। ਤੋ ਹੁਣ ਕੀ ਹੋਇਆ ਵੀ ਕੁੱਤੇ ਨੇ ਪੌਣੇ ਦੇ ਵਿੱਚ ਰੋਟੀਆਂ ਮੂੰਹ ਚ ਉਠਾਈਆਂ, ਤੁਰਿਆ ਜਾ ਰਿਹਾ,
ਤੇ ਭਗਤ ਜੀ ਨੇ ਇਹ ਨਹੀਂ ਵੀ ਕੋਈ ਪੱਥਰ ਚੁੱਕਿਆ, ਕੋਈ ਇੱਟ ਚੁੱਕੀ ਤੇ ਉਹਦੇ ਮਾਰ ਦਿੱਤੀ ਨਾ, ਸਗੋਂ ਮਗਰ ਕੌਲੀ ਲੈ ਕੇ ਤੁਰ ਪਏ ਦਾਲ ਵਾਲੀ। ਕਹਿੰਦੇ ਭਗਵਾਨ ਜੀ ਰੁਕੋ, ਆ ਦਾਲਾਂ ਵੀ ਲੈਂਦੇ ਜਾਓ, ਅੱਜ ਕੀ ਗੱਲ ਸੁੱਕੀ ਹੋਈ ਪ੍ਰਸ਼ਾਦਾ ਬਿਨਾਂ ਦਾਲ ਸਬਜ਼ੀ ਤੋਂ ਖਾਣ ਦਾ ਇਰਾਦਾ ਹੈ? ਮਹਾਰਾਜ ਆ ਦਾਲ ਸਬਜ਼ੀ ਵੀ ਲੈਂਦੇ ਜਾਓ। ਇਹ ਹੁੰਦਾ ਭਗਤਾਂ ਦਾ ਕਿਰਦਾਰ। ਉਹਨਾਂ ਨੇ ਕੁੱਲ ਮਖਲੂਕਾਤ ਅੰਦਰ, ਕੀੜੀ ਤੋਂ ਲੈ ਕੇ ਹਾਥੀ ਤੱਕ, ਸਭਨਾ ਅੰਦਰ ਇੱਕ ਪ੍ਰਮਾਤਮਾ ਤੱਕਿਆ ਹੁੰਦਾ। ਸੋ ਸੰਤ ਖੇਲੈ ਤੁਮ ਸੰਗ ਗੋਪਾਲਾ। ਜਿੱਦਾਂ ਦੀ ਖੇਡ ਰੱਬ ਰਚਦਾ ਬਸ ਉਦਾਂ ਦੇ ਹੋ ਕੇ ਉਹਦੇ 'ਚ ਸ਼ਾਮਲ ਹੋ ਜਾਂਦੇ ਨੇ। ਖੇਡ ਖੇਡਦੇ ਨੇ ਉਹਦੇ ਰੰਗਾਂ ਵਿੱਚ। ਜੇ ਗਰੀਬੀ ਆ ਗਈ, ਉਲਾਮਾ ਨੀ ਉਲਾਹਨੋ ਮੈਂ ਕਾਹੂ ਨਾ ਦੀਓ, ਮਨ ਮੀਠ ਤੁਹਾਰੋ ਕੀਓ। ਜੇ ਕਿਸੇ ਨੇ ਚਾਰ ਸ਼ਬਦ ਵਡਿਆਈ ਦੇ ਕਹਿ ਦਿੱਤੇ ਤੇ ਫੁੱਲ ਕੇ ਕੁੱਪਾ ਨਹੀਂ ਹੋ ਜਾਣਾ ਵੀ ਮੇਰੀ ਬੜੀ ਉਪਮਾ ਹੋ ਰਹੀ ਹੈ। ਜੇ ਕਿਸੇ ਨੇ ਮੰਦਾ ਬੋਲ ਦਿੱਤਾ ਤੇ ਤਾਂ ਵੀ ਹੱਸ ਕੇ ਜਰ ਲੈਣਾ। ਚੰਗਾ ਭਾਈ, ਇਹ ਖੋਟ ਇਹ ਔਗਣ ਮੇਰੇ 'ਚ ਹੋਣਗੇ ਤਾਂ ਹੀ ਤੁਸੀਂ ਕਹਿ ਰਹੇ ਹੋ ਨਾ, ਵਰਨਾ ਤੁਸੀਂ ਤੇ ਬਹੁਤ ਸਿਆਣੇ ਸੱਜਣ ਹੋ। ਚੰਗਾ ਕੀਤਾ ਤੁਸੀਂ ਮੇਰੇ ਔਗਣ ਮੈਨੂੰ ਦਰਸਾਏ ਨੇ। ਜਿਵੇਂ ਧੰਨ ਗੁਰੂ ਅੰਗਦ ਅਮਰਦਾਸ ਜੀ ਮਹਾਰਾਜ ਤੇ ਦਾਤੂ ਜੀ ਨੇ ਮਾਰੀ ਲੱਤ ਛਾਤੀ ਦੇ ਵਿੱਚ ਕਿ ਸਾਡਾ ਸੇਵਕ ਹੋ ਕਰਕੇ ਸਾਡੇ ਸਾਹਮਣੇ ਗੱਦੀ ਤੇ ਬੈਠਾ। ਗੋਂਦਵਾਲ ਸਾਹਿਬ ਜਾ ਕੇ ਜਰਿਆ ਨਾ ਗਿਆ ਵੀ ਜਿੰਨਾ ਮਾਲ ਪਦਾਰਥ ਖਡੂਰ ਸਾਹਿਬ ਸਾਡੇ ਕੋਲ ਆਉਂਦਾ ਸੀ ਉਹ ਹੁਣ ਸੰਗਤਾਂ ਇਹਨਾਂ ਨੂੰ ਹਾਜ਼ਰ ਕਰਦੀਆਂ ਨੇ। ਤੇ ਸਿੱਧਾ ਹੀ ਆਉਂਦੇ ਸਾਰ ਆਪ ਸ਼ਬਦ ਬੋਲਦੇ ਬੋਲਦਿਆਂ ਦਾਤੂ ਜੀ ਨੇ ਲੱਤ ਕੱਢ ਮਾਰੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਛਾਤੀ ਦੇ ਵਿੱਚ। ਸਾਹਿਬ ਜੀ ਡਿੱਗਦੇ ਡਿੱਗਦੇ ਸੰਭਲੇ, ਅੱਗੇ ਵੱਧ ਕੇ ਗੋਡਿਆਂ ਭਰਨੇ ਹੋ ਕਰਕੇ ਬਾਬਾ ਦਾਤੂ ਜੀ ਦੇ ਪੈਰ ਨੂੰ ਘੁੱਟਣ ਲੱਗ ਪਏ, ਪਲੋਸਣ ਲੱਗ ਪਏ। ਕਹਿੰਦੇ ਮਹਾਰਾਜ ਤੁਸੀਂ ਹੋ ਮੇਰੇ ਸਾਹਿਬਾਂ ਦੇ ਸਾਹਿਬਜ਼ਾਦੇ, ਮੇਰੇ ਪਿਆਰੇ ਪ੍ਰੀਤਮ ਗੁਰੂ ਅੰਗਦ ਦੇਵ ਜੀ ਦੇ ਸੁਪੁੱਤਰ ਹੋ। ਮੈਨੂੰ ਅੱਗੋਂ ਵਾਂਢੀ ਜਾਣਾ ਚਾਹੀਦਾ ਸੀ ਤੁਹਾਨੂੰ ਵੈਲਕਮ ਕਰਨ ਵਾਸਤੇ, ਜੀ ਆਇਆਂ ਕਹਿਣ ਵਾਸਤੇ। ਇਹ ਮੇਰੀ ਵੱਡੀ ਗਲਤੀ ਹੈ। ਚੰਗਾ ਕੀਤਾ ਤੁਸੀਂ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਕਰਵਾ ਦਿੱਤਾ ਤੇ ਮੇਰੇ ਹੱਡ ਨੇ ਹੁਣ ਬੁੱਢੜੇ ਕਰੜੇ ਹੱਡ ਹੋਏ ਨੇ। ਤੁਹਾਡੇ ਪੈਰ ਬੜੇ ਮਲੂਕ ਨੇ, ਤੁਹਾਡੇ ਚਰਨ ਬੜੇ ਕੋਮਲ ਨੇ, ਲਿਆਓ ਮੈਂ ਘੁੱਟ ਦੇਵਾਂ। ਤੇ ਇਹਨਾਂ ਕਹਿ ਕੇ ਘੁੱਟਣ ਲੱਗ ਪਏ। ਤੇ ਦਾਸੂ ਦੇ ਹੰਕਾਰ ਦੀ ਸੂਈ 90 ਡਿਗਰੀ ਤੇ ਚਲੀ ਗਈ। ਉਹ ਕਹਿੰਦਾ ਬੰਨ ਲਓ ਜਿੰਨਾ ਇੱਥੇ ਪਦਾਰਥ ਹੈ, ਧਨ ਹੈ, ਦੌਲਤ ਹੈ, ਸਭ ਗਠੜੀਆਂ ਬੰਨ ਲਓ, ਪੰਡਾਂ ਬੰਨ ਲਓ। 150 ਬੰਦਾ ਖਡੂਰ ਸਾਹਿਬ ਤੋਂ ਲੈ ਕੇ ਆਇਆ ਸੀ ਲੁੱਟਮਾਰ ਕਰਨ ਦੇ ਇਰਾਦੇ ਨਾਲ। ਜਿੰਨਾ ਗੋਂਦਵਾਲ ਸਾਹਿਬ ਪਦਾਰਥ ਪਿਆ ਸੀ ਸਾਰਾ ਗਠੜੀਆਂ 'ਚ ਬੰਨ ਲਿਆ। ਗੁਰੂ ਅਮਰਦਾਸ ਜੀ ਮਹਾਰਾਜ ਨੇ ਕੋਈ ਉਜਰ ਨਹੀਂ ਕੀਤਾ, ਉਲਾਮਾ ਨਹੀਂ ਦਿੱਤਾ ਵੀ ਕੀ ਕਰਦੇ ਹੋ ਨਾ। ਸਿੱਖ ਸੇਵਕ ਬਹੁਤ ਸਾਰੇ ਕਹਿੰਦੇ ਮਹਾਰਾਜ ਇਹ ਤਾਂ ਬੇਹੁਰਮਤੀ ਕਰ ਰਿਹਾ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੀ, ਇਹਨੂੰ ਡੰਨ ਦੇਣਾ ਚਾਹੀਦਾ। ਸਤਿਗੁਰੂ ਜੀ ਕਹਿੰਦੇ ਭਾਈ ਨਾ, ਇਹ ਸਾਡੇ ਵੱਡੇ ਸਤਿਗੁਰੂ ਗੁਰੂ ਅੰਗਦ ਦੇਵ ਜੀ ਦਾ ਪੁੱਤਰ ਆ। ਆਪਾਂ ਇਹਨਾਂ ਦੇ ਵਿਰੋਧ ਵਿੱਚ ਕੋਈ ਗੱਲ ਨਹੀਂ ਕਰਨੀ। ਗੁਰੂ ਨਾਨਕ ਜਾਣੇ, ਅਸੀਂ ਨਹੀਂ ਵਿੱਚ ਕੋਈ ਦਖਲ ਅੰਦਾਜ਼ੀ ਕਰਨੀ। ਉਹੀ ਗੱਲ ਹੋਈ। ਉਹ ਸਾਰਾ ਮਾਲ ਅਸਬਾਬ ਜਦੋਂ ਬੰਨ ਕੇ ਲੈ ਗਏ ਤੇ ਰਾਹ ਦੇ ਵਿੱਚ ਡਾਕੂਆਂ ਦਾ ਟੋਲਾ ਟੱਕਰ ਗਿਆ। ਗੋਂਦਵਾਲ ਸਾਹਿਬ ਤੋਂ ਖਡੂਰ ਸਾਹਿਬ ਦੇ ਦਰਮਿਆਨ ਕੋਈ ਬਹੁਤਾ ਵਕਫਾ ਨਹੀਂ ਪਿਆਰਿਓ, ਤੁਸੀਂ ਦਰਸ਼ਨ ਕਰਦੇ ਹੋ।
ਉਹ ਰਾਹ ਦੇ ਵਿੱਚ ਡਾਕੂਆਂ ਦਾ ਟੋਲਾ ਪੈ ਗਿਆ। ਉਹਨਾਂ ਨੇ ਸੂਈ ਤੱਕ ਨਹੀਂ ਛੱਡੀ, ਸਾਰਾ ਕੁਝ ਹੀ ਲੈ ਗਏ। ਤੇ ਜਾਂਦਿਆਂ ਜਾਂਦਿਆਂ ਹੀ ਕੀ ਇੱਕ ਖੇਡ ਬਣੀ। ਦਾਤੂ ਜੀ ਦੀ ਲੱਤ ਜਿਹੜੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਛਾਤੀ 'ਚ ਮਾਰੀ ਸੀ, ਉਹ ਲੱਤ ਦੇ ਵਿੱਚ ਦਰਦ ਉੱਠ ਖਲੋਇਆ ਬੜਾ ਭਿਆਨਕ। ਹਾਲ ਪਾ ਰਿਹਾ ਕਰਦਾ, ਉਹ ਮੇਰੀ ਲੱਤ ਪਤਾ ਨਹੀਂ ਟੁੱਟ ਗਈ, ਵਿੱਚੋਂ ਕੀ ਹੋਇਆ। ਤੇ ਅਖੀਰ ਜੀ ਉਹ ਬੜੇ ਨਜੂਮੀ ਵੈਦ ਜੋਤਸ਼ੀ ਬੁਲਾਏ, ਪਰ ਕਿਸੇ ਦੇ ਕੋਲੋਂ ਠੀਕ ਨਾ ਹੋਈ। ਬਾਬਾ ਬੁੱਢਾ ਸਾਹਿਬ ਜੀ ਤੱਕ ਵੀ ਰਸਾਈ ਕੀਤੀ, ਨਹੀਂ ਗੱਲ ਬਣੀ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਵੀ ਬੇਨਤੀ ਘੱਲੀ ਕਿ ਮਹਾਰਾਜ ਭੁੱਲ ਚੁੱਕ ਦੀ ਖਿਮਾ ਕਰੋ। ਜਿਹੜਾ ਪੈਰ ਤੁਹਾਡੀ ਛਾਤੀ ਵਿੱਚ ਕੱਢ ਮਾਰਿਆ ਸੀ, ਮੈਂ ਬੜੀ ਵੱਡੀ ਅਵੱਗਿਆ ਕੀਤੀ ਸੀ, ਉੱਥੇ ਦਰਦ ਉੱਠਿਆ ਬੜਾ ਭਿਆਨਕ, ਕਿਰਪਾ ਕਰ ਦਿਓ। ਗੁਰੂ ਅਮਰਦਾਸ ਜੀ ਕਹਿੰਦੇ ਵੀ ਹੁਣ ਤਾਂ ਨਹੀਂ, ਸਾਡੇ ਤੋਂ ਬਾਅਦ ਚੌਥਾ ਜਾਮਾ ਆਵੇਗਾ, ਉਹਨਾਂ ਤੋਂ ਬਾਅਦ ਪੰਜਵਾਂ ਜਾਮਾ ਆਵੇਗਾ, ਜਦੋਂ ਗੁਰਿਆਈ ਗੱਦੀ ਤੇ ਉਹ ਸੱਜਣ ਪੁਰਸ਼ ਆਉਣਗੇ ਤੇ ਤੁਹਾਡੇ ਲੱਤ ਦੀ ਦਰਦ ਠੀਕ ਕਰਨਗੇ। ਸਮਾਂ ਪਿਆ, ਗੁਰੂ ਅਮਰਦਾਸ ਜੀ ਸੱਚਖੰਡ ਚਲੇ ਗਏ। ਦਾਤੂ ਜੀ ਦੀ ਲੱਤ ਨਹੀਂ ਠੀਕ ਹੋਈ। ਗੁਰੂ ਰਾਮਦਾਸ ਮਹਾਰਾਜ ਜੀ ਵੀ ਆਪਣਾ ਸਮਾਂ ਸੇਵਾ ਸਿਮਰਨ ਚ, ਸੰਗਤਾਂ ਦੀ ਸੇਵਾ ਚ ਲਾ ਕੇ ਚਲੇ ਗਏ। ਲੱਤ ਠੀਕ ਨਹੀਂ ਹੋਈ। ਜਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਿਆਈ ਗੱਦੀ ਤੇ ਬੈਠੇ ਤੇ ਜਾ ਕਰਕੇ ਪਿਆਰਿਓ ਪੋਥੀਆਂ ਲੈਣ ਜਦੋਂ ਗਏ ਨੇ ਗੋਇੰਦਵਾਲ ਸਾਹਿਬ, ਤੇ ਉੱਥੇ ਫਿਰ ਵਾਪਸੀ ਦੇ ਮੌਕੇ ਖਡੂਰ ਸਾਹਿਬ ਰੁਕੇ। ਬਿਰਧ ਹੋ ਚੁੱਕਾ ਬਾਬਾ ਦਾਤੂ ਜੀ ਦਾ, ਜਵਾਨੀ ਦੇ ਵਿੱਚ ਬੜਾ ਬਲ ਸੀ ਤੇ ਹੰਕਾਰ ਸੀ। ਮੈਂ ਪਹਿਲਾਂ ਅਰਜ਼ ਕੀਤੀ ਹੈ, ਸਮਾਂ ਕਦੇ ਕਿਸੇ ਦਾ ਹੋ ਕੇ ਨਹੀਂ ਚੱਲਿਆ, ਬਲਕਿ ਸਮੇਂ ਨੇ ਸਭ ਨੂੰ ਆਪਣੇ ਮੁਤਾਬਕ ਚਲਾਇਆ। ਜਿਹੜੀ ਦੇਹੀ 6 ਫੁੱਟ ਉੱਚੀ, ਲੰਬਾ ਕੱਦ, ਬਲਪੂਰਵਕ ਸਰੀਰ, ਹੁਣ ਉਹ ਹੱਡੀਆਂ ਦੀ ਮੁੱਠ ਬਣਿਆ ਬੈਠਾ। ਲੱਤ ਦੀ ਦਰਦ ਜਿਹੜੀ ਜਦੋਂ ਛਿੜਦੀ ਹੈ, ਬਸ ਤਾਰੇ ਦਿਖਾ ਦਿੰਦੀ ਦਿਨੇ। ਤੇ ਗੁਰੂ ਸਾਹਿਬ ਜੀ ਪਰਉਪਕਾਰੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਸਾਡੇ ਵੱਡੇ ਵਡੇਰੇ ਨੇ ਖਡੂਰ ਸਾਹਿਬ ਚੱਲਣਾ ਹੈ। ਸਤਿਗੁਰਾਂ ਦੇ ਦੇਰੇ ਤੇ ਜਾ ਕੇ ਕੜਾਹ ਪ੍ਰਸ਼ਾਦ ਦੀ ਦੇਗ ਕਰਾਈ, ਅਰਦਾਸ ਬੇਨਤੀ ਹੋਈ। ਉਹ ਪਰਿਵਾਰ ਸੀ ਦਾਤੂ ਜੀ ਦਾ, ਦਾਸੂ ਜੀ ਦਾ, ਲੈ ਗਏ ਜਿੱਥੇ ਰਹਿائش ਸੀ। ਤੇ ਜਾਂਦਿਆਂ ਨੂੰ ਦਾਤੂ ਜੀ ਹਾਲ ਪਾ ਰਿਹਾ ਕਰਦੇ ਨੇ ਦਰਦ ਨਾਲ, ਉਹ ਕੋਈ ਮੇਰੀ ਦਰਦ ਮਿਟਾ ਦਿਓ, ਕੋਈ ਮੇਰੀ ਦੁੱਖ ਦੀ ਲੱਤ ਠੀਕ ਕਰ ਦਿਓ। ਤੇ ਸਾਹਿਬ ਜੀ ਕੋਲ ਹੀ ਬੈਠ ਕੇ ਆਸਣ ਦਿੱਤਾ ਗਿਆ ਗੁਰੂ ਅਰਜਨ ਦੇਵ ਜੀ ਨੂੰ। ਕਹਿੰਦੇ ਬਾਬਾ ਦਾਤੂ ਜੀ ਦਿਖਾਓ ਤਾਂ ਭਲਾ ਕਿੱਥੇ ਤੁਹਾਡੇ ਦਰਦ ਹੁੰਦਾ। ਉਹਨੇ ਬੜਾ ਜ਼ੋਰ ਲਾ ਕੇ ਤੇ ਲੱਤ ਅੱਗੇ ਕੀਤੀ, ਮੰਜੇ ਤੇ ਨੰਗੀ ਕਰ ਦਿੱਤੀ। ਜਾਂ ਪਜਾਮੀ ਤਾਂ ਚੁੱਕ ਕੇ ਤੇ ਮਹਾਰਾਜ ਨੇ ਐਂ ਕਰਕੇ ਹੱਥ ਜਿਹੜਾ ਸੀ ਲੱਤ ਤੇ ਫੇਰਿਆ ਸਿਰੇ ਤੋਂ ਸਿਰੇ ਤੱਕ। ਕਹਿੰਦੇ ਹੁਣ ਦੱਸੋ ਤਾਂ ਦਰਦ ਹੁੰਦੀ ਹੈ? ਤੇ ਦਰਦ ਕਿੱਥੇ, ਉੱਥੇ ਤਾਂ ਗੁਰੂ ਸਾਹਿਬਾਨ ਦੇ ਮੁਬਾਰਕ ਹੱਥ ਲੱਗ ਗਏ, ਦੁੱਖ ਦਰਦ ਸਾਰਾ ਮਿਟ ਗਿਆ। ਉੱਠ ਕੇ ਮਹਾਰਾਜ ਦੀ ਚਰਨੀ ਢਹਿ ਪਏ। ਕਹਿੰਦੇ ਇਹ ਤੁਹਾਨੂੰ ਸਿੱਖਾਂ ਨੂੰ ਹੀ ਵਡਿਆਈ ਹੈ, ਤੁਸੀਂ ਨਿਮਰਤਾ ਦੇ ਘਰ ਵਿੱਚ ਆ ਕੇ ਸਭ ਕੁਝ ਲੈ ਲਿਆ। ਅਸੀਂ ਸਾਹਿਬਜ਼ਾਦੇ ਹੋਣ ਦਾ ਹੰਕਾਰ ਮਨ ਵਿੱਚ ਪਾਲੀ ਬੈਠੇ, ਨਤੀਜਾ ਖਾਲੀ ਦੇ ਖਾਲੀ, ਸਖਣੇ ਦੇ ਸਖਣੇ ਰਹਿ ਗਏ। ਸੋ ਇਸ ਪ੍ਰਕਾਰ ਪਰਮੇਸ਼ਰ ਦੀਆਂ ਖੇਡਾਂ ਦੇ ਵਿੱਚ ਪਰਮਾਤਮਾ ਦੇ ਪਿਆਰੇ
शामिल हो के खेडा खेडदे ने। अपने संत तुद खरे प्यारे, तू संतन के प्राणा जियो। हे वाहिगुरु, तेनू अपने प्यारे संत जान, भगत जान, खरे प्यारे, खरे कहिए बहुत घने, बहुत ज्यादा प्यारे ने। तुसी संत जना दे प्राण स्वरूप हो जी, जिंद जान हो अपने प्यारे संतां दी। जो संत जन तुहानू बेनती करदे ने, वो बेनती तुसी प्रवान कर लैने हो। लख कोई गुनाहगार दी परोपकार वास्ते संत जन अरदास कर देन ते परमात्मा संतां दी अरदास सुन लैंदा, समझ लैंदा। इस प्रकार साहिब सच्चे पातशाह अगली पंक्ति विच बचन करदे हन, उन संतन कै मेरा मन कुर्बाने, जिन तू जाता जो तुद मन भाने। ए वाहिगुरु, उन्हां संत जनां दे जीवन तो मेरा मन कुर्बान कुर्बान जांदा है, जिन्हां ने तैनू जाता है, जानना कीता है कि तू ही घट घट विच रमिया होया है। जो तुद मन भाने, ते जेड़े तेरे मन नू भा गए हन, तिन कै संग सदा सुख पाया। हर रस नानक तृप्त अगाना जियो। तिन्हां दी संगत दे विचों आप जी ने सदा सुख, तिन कै संग सदा सुख पाया। उन्हां संत जनां नूं जो आप जी दे मन नूं भा गए, कुल दुनिया दे लोकां ने उन्हां दी संगत दे विचों सुख पाया है। हर रस नानक तृप्त अगाना जियो। ते अमृत नाम रस भी पाया, जिस नूं छकण करके तृप्त अगाना जियो। ए जीव नानक दा दास तृप्ति नूं प्राप्त होया, रज आ गया है। आसा महला पंजवा। तुम जल निध हम मीन तुम्हारे, तेरा नाम बूंद मुख हम चातृक तिखारे। हे मेरे प्रीतमा, तुसी विशाल समुंदर हो, लबालब भरे हो। समुंदर दे विच 42 ਲੱਖ जी जंत हुंदे ने। 42 ਲੱਖ जी जल में होते। सो 42 ਲੱਖ ਜੂਨੀਆਂ पानी दियां ने, 42 ਲੱਖ धरती आकाश विच विचरण वालियां ने। वाहिगुरु जी, तुसीं विशाल समुंदर दी न्याई हो। असीं जीव मीन मच्छियां हां तुहाडे, निक्के निक्के जी जंत। तेरा नाम बूंद हम चातृक तिखारे। असीं तिखा दे प्यास दे मारे भन्ने पए, चातृक वांगू पीऊ पीऊ दी रट लाई हुई है। आप जी दा पावन नाम स्वांति बूंद दी न्याई है। तुमरी आस प्यासा तुमरी, तुम ही संग मन लीना जियो। सानू निक्के जिन्ने कीड़ियां नू, निक्के निक्के बालकां नू स्वांति बूंद दी चाह न रखण वाले बबीहे वांगू, तुमरी आस प्यासा तुमरी, तुहाडे ही दर्शनां दी आस है, तुहाडे मिलन दी प्यास है। तुम ही संग मन लीना जीओ। साडा मन हुण आप जी दे पावन चरना कमलां नाल लीन होया, एकमिक होया। ज्यों बारिक पी खीर अगावे, ज्यों निर तन धन देख सुख पावे। महाराज, साडी दशा इदां दी है भी जिवें भुखे बालक नूं पीण वास्ते माता दुध पिला दिंदी है, ओदी पालना पोषणा करदी है, अपने बच्चे नूं दुध पिलाउंदी। ज्यों बारिक पी खीर अगावे, खीर नाम दा दुध दा। जिवें बालक माता दा दुध चुंग के अगावे कहिए रज जांदा है,
ਜਿਉ ਨਿਰ ਧਨ ਧਨ ਦੇਖ ਸੁਖ ਪਾਵੇ। ਤੇ ਜਿਵੇਂ ਜਨਮ ਜਾਤ ਤੋਂ ਕੰਗਾਲ ਆਦਮੀ ਨਿਰਧਨ ਬੰਦਾ ਧਨ ਤੋਂ ਸਖਣਾ ਹੈ ਜਿਹੜਾ, ਜਿਉ ਨਿਰ ਧਨ ਧਨ ਦੇਖ ਸੁਖ ਪਾਵੇ। ਜਿਵੇਂ ਗਰੀਬ ਬੰਦਾ ਨਿਰਧਨ ਬੰਦਾ ਧਨ ਦੀ ਪ੍ਰਾਪਤੀ ਹੋਏ ਤੇ ਧਨ ਨੂੰ ਦੇਖ ਦੇਖ ਕੇ ਖੁਸ਼ ਹੁੰਦਾ। ਤ੍ਰਿਖਾਵੰਤ ਜਲ ਪੀਵਤ ਠੰਡਾ, ਤਿਉ ਹਰ ਸੰਗ ਇਹੋ ਮਨ ਭੀਨਾ ਜੀਓ। ਤ੍ਰਿਖਾਵੰਤ ਪਿਆਸ ਦੇ ਦੁਆਰਾ ਆਤੁਰ ਹੋਇਆ ਹੋਇਆ, ਬਹੁਤ ਘਣੀ ਪਿਆਸ ਲੱਗੀ ਹੋਵੇ ਜਿਹਨੂੰ, ਤੇ ਪੀਣ ਨੂੰ ਮਿਲ ਜਾਵੇ ਠੰਡਾ ਜਲ, ਤੇ ਉਹਦੇ ਮਨ ਦੀ ਖੁਸ਼ੀ ਦਾ ਕੋਈ ਪਾਰਾਵਾਰ ਨਹੀਂ ਰਹਿੰਦਾ। ਤਿਉ ਹਰ ਸੰਗ ਇਹੋ ਮਨ ਭੀਨਾ ਜੀਓ। ਹੇ ਮੇਰੇ ਪ੍ਰੀਤਮਾ, ਇਸੇ ਤਰ੍ਹਾਂ ਹੁਣ ਤੇਰੇ ਪਾਵਨ ਨਾਮ ਦੇ ਨਾਲ ਇਹ ਮਨ ਪਤੀਜ ਗਿਆ ਹੈ। ਜਿਉ ਅੰਧਿਆਰੈ ਦੀਪਕ ਪਰਗਾਸਾ, ਭਰਤਾ ਚਿਤਵਤ ਪੂਰਨ ਆਸਾ। ਜਿਵੇਂ ਘੁੱਪ ਹਨੇਰੇ ਕਮਰੇ ਦੇ ਵਿੱਚ ਦੀਪਕ ਬਾਲ ਦਈਏ ਤੇ ਚਾਰ ਚੁਫੇਰੇ ਚਾਨਣਾ ਹੀ ਚਾਨਣਾ ਹੋ ਜਾਂਦਾ, ਤੇ ਜਿਵੇਂ ਭਰਤਾ ਚਿਤਵਤ ਪੂਰਨ ਆਸਾ, ਕੋਈ ਸੁਹਾਗਵਤੀ ਤ੍ਰੀਮਤ, ਕੋਈ ਭਾਗਵਤੀ ਤ੍ਰੀਮਤ ਔਰਤ ਮਨ ਵਿੱਚ ਆਪਣੇ ਪਤੀ ਦੀ ਪ੍ਰਸੰਨਤਾ ਦੀ ਆਸ ਦਾ ਦੀਵਾ ਬਾਲੀ ਬੈਠੀ ਹੋਵੇ। ਮੈਲ ਪ੍ਰੀਤਮ ਜਿਉ ਹੋ ਤੇ ਆਨੰਦਾ, ਤਿਉ ਹਰ ਰੰਗ ਮਨ ਰੰਗੀਨਾ ਜੀਓ। ਤੇ ਜਿਵੇਂ ਉਸ ਭਾਵਨਾ ਸੰਯੁਗਤ ਔਰਤ ਨੂੰ ਆਪਣੇ ਪਤੀ ਦੀ ਪ੍ਰਸੰਨਤਾ ਮਿਲ ਜਾਵੇ। ਮਿਲ ਪ੍ਰੀਤਮ ਜਿਉ ਹੋਤ ਆਨੰਦਾ, ਪ੍ਰੀਤਮ ਤੋਂ ਭਾਵ ਇੱਥੇ ਪਤੀ, ਮਿਲ ਕਰਕੇ ਆਪਣੇ ਪਤੀ ਨੂੰ ਜਿਵੇਂ ਸੁਹਾਗ ਭਾਗ ਵਾਲੀ ਸਤਵੰਤੀ ਨੂੰ ਆਨੰਦ ਪ੍ਰਾਪਤ ਹੁੰਦਾ ਹੈ। ਤਿਉ ਹਰ ਰੰਗ ਮਨ ਰੰਗੀਨਾ ਜੀਓ। ਤਿਵੇਂ ਹੁਣ ਮੇਰਾ ਮਨ ਤੇਰੇ ਪਿਆਰ ਵਿੱਚ ਰੰਗਿਆ ਗਿਆ ਦਾਤਿਆ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਐਸੀ ਅਵਸਥਾ ਬਣ ਗਈ ਹੈ। ਸੰਤਨ ਮੋਕੋ ਹਰ ਮਾਰਗ ਪਾਇਆ, ਸੰਤ ਜਨਾਂ ਨੇ ਮੈਨੂੰ ਹਰੀ ਦੇ ਮਿਲਾਪ ਵਾਲੇ ਰਸਤੇ ਤੇ ਤੋਰਨਾ ਕੀਤਾ ਹੈ। ਸਾਧ ਕਿਰਪਾਲ ਹਰ ਸੰਗ ਗਿਝਾਇਆ, ਪੂਰਿਆਂ ਗੁਰਾਂ ਦੀ ਕਿਰਪਾ ਸਦਕਾ ਹੁਣ ਮੇਰਾ ਮਨ ਰੱਬ ਦੇ ਪਿਆਰੇ ਸੰਗੀਆਂ ਦੀ ਸੰਗਤ ਵਿੱਚ ਗਿੱਝ ਗਿਆ ਹੈ, ਪਰਚ ਗਿਆ ਹੈ। ਗਿੱਝ ਜਾਣਾ, ਰੋਜ਼ ਹੀ ਕਿਸੇ ਸਵਾਦੀ ਪਦਾਰਥ ਦੀ ਮਨ ਵਿੱਚ ਤਲਬ ਹੋਣੀ, ਛਕ ਕੇ ਤ੍ਰਿਪਤ ਹੋ ਜਾਣਾ, ਹਰ ਰੋਜ਼ ਨਿਤਨੇਮ ਨਾਲ ਉਸ ਚੀਜ਼ ਦੀ ਇੱਛਾ ਕਰਨੀ ਤੇ ਮਨ ਨੂੰ ਤ੍ਰਿਪਤੀ ਦੇਣੀ, ਗਿੱਝ ਜਾਣਾ। ਪਸ਼ੂ ਹੁੰਦਾ ਨਾ, ਪਸ਼ੂ ਕਟਰੂ ਬਸ਼ਰੂ ਭਲਾ ਚਾਲਾ ਮਾਰ ਜਾਵੇ ਕਿਤੇ, ਤੇ ਫੇਰ ਸਿਆਣਾ ਜ਼ਿਮੀਂਦਾਰ ਉਹਨੂੰ ਪਹਾੜੇ ਤੇ ਲਾ ਲੈਂਦਾ। ਹਰਾ ਨੀਰਾ ਚਾਰਾ ਪਾ ਕੇ ਉੱਤੇ ਗਤਾਵਾ ਕਰਕੇ ਸੂੜੀ ਚੋਕਰ ਦਾਣਾ ਉੱਤੇ ਪਾਤਾ ਤੇ ਪਸ਼ੂ ਗਿੱਝ ਜਾਂਦਾ। ਉਹ ਖੁਸ਼ੀ ਖੁਸ਼ੀ ਦੁੱਧ ਦੇ ਦਿੰਦਾ। ਤੇ ਇਸੇ ਤਰ੍ਹਾਂ ਜਿਹਦਾ ਮਨ ਪ੍ਰਭੂ ਦੀ ਸਿਫਤ ਸਲਾਹ ਦੇ ਵਿੱਚ ਗਿੱਝ ਗਿਆ ਤੇ ਉਹਦੇ ਵਿੱਚੋਂ ਜਿਹੜਾ ਆਤਮਕ ਆਨੰਦ ਮਿਲਿਆ, ਉਹਦਾ ਬਿਆਨ ਨਹੀਂ ਕੀਤਾ ਜਾ ਸਕਦਾ ਜੀ। ਹਰ ਹਮਰਾ ਹਮ ਹਰ ਕੇ ਦਾਸੇ, ਨਾਨਕ ਸ਼ਬਦ ਗੁਰੂ ਸੱਚ ਦੀਨਾ ਜੀਓ। ਹਰੀ ਅਸਾਡਾ ਹੈ, ਅਸੀਂ ਹਰੀ ਦੇ ਦਾਸ ਰਹੇ ਹਾਂ। ਹੁਣ ਇਸ ਮੁਕਾਮ ਤੇ ਆ ਕਰਕੇ ਮਨ ਟਿਕ ਗਿਆ। ਨਾਨਕ ਸ਼ਬਦ ਗੁਰੂ ਸੱਚ ਦੀਨਾ ਜੀਓ। ਪਰਮੇਸ਼ਰ ਨੇ ਸੱਚਾ ਨਾਮ ਧਨ ਦਾਨ ਦੇ ਰੂਪ ਵਿੱਚ ਬਖਸ਼ ਦਿੱਤਾ ਹੈ। ਮਾਝ ਮਹੱਲਾ ਪੰਜਵਾ।
ਅੰਮ੍ਰਿਤ ਨਾਮ ਸਦਾ ਨਿਰਮਲਿਆ, ਸੁਖਦਾਈ ਦੁਖ ਬਿਡਾਰਨ ਹਰੀਆ। ਭਾਈ ਹਰੀ ਦਾ ਪਾਵਨ ਅੰਮ੍ਰਿਤ ਨਾਮ ਸਦਾ ਨਿਰਮਲ ਹੈ, ਪਵਿੱਤਰ ਹੈ, ਅਤ ਦਰਜੇ ਦਾ, ਸੁਖਦਾਈ ਹੈ, ਸੁੱਖਾਂ ਦੇ ਦੇਣ ਵਾਲਾ। ਦੁਖ ਬਿਡਾਰਨ ਹਰੀਆ, ਬਿਡਾਰਨਾ ਹੁੰਦਾ ਮੇਟ ਦੇਣ ਦੇ ਸਮਰੱਥ, ਦੁੱਖਾਂ ਨੂੰ ਮੇਟਣ ਦੇ ਸਮਰੱਥ ਤੇ ਸੁੱਖਾਂ ਦਾ ਦਾਤਾ ਪਵਿੱਤਰ ਹਰੀ ਦਾ ਨਾਮ ਹੈ ਜੀ। ਅਵਰ ਸਾਧ ਚੱਖ ਸਗਲੇ ਦੇਖੇ, ਮਨ ਹਰ ਰਸ ਸਭ ਤੇ ਮੀਠਾ ਜੀਓ। ਗੁਰੂ ਅਰਜਨ ਦੇਵ ਜੀ ਕਹਿੰਦੇ, ਪ੍ਰੇਮੀ ਜਨੋ ਹੋਰ ਸਾਰੇ ਸਵਾਦ ਮਿੱਠੇ ਤੋਂ ਮਿੱਠੇ, ਸਵਾਦੀ ਤੋਂ ਸਵਾਦੀ ਪਦਾਰਥ ਚੱਖ ਕੇ ਦੇਖ ਲਏ ਮੈਂ, ਪਰ ਮਨ ਨੂੰ ਜਿਹੜਾ ਰਸ ਸਵਾਦ ਹਰੀ ਦੇ ਨਾਮ ਵਿੱਚੋਂ ਆਇਆ ਉਹ ਸਭ ਤੋਂ ਮਿੱਠਾ ਹੈ। ਬਾਬੇ ਫਰੀਦ ਨਾਲ ਵੀ ਇਦਾਂ ਹੀ ਹੋਈ ਸੀ। ਜਿੰਨਾ ਚਿਰ ਦੁਨਿਆਵੀ ਪਦਾਰਥ ਮਿੱਠੇ ਲੱਗੇ ਉਹਨਾਂ ਚਿਰ ਕਹਿਆ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰਬ ਨ ਪੁੱਜਣ ਤੁਧ। ਇਸ ਪ੍ਰਕਾਰ ਮਨ ਹਰ ਰਸ ਸਭ ਤੇ ਮੀਠਾ ਜੀਓ। ਜਿੰਨਾ ਚਿਰ ਸੰਸਾਰੀ ਭੋਗ ਪਦਾਰਥ ਮਿੱਠੇ ਲੱਗਦੇ ਉਹਨਾਂ ਚਿਰ ਨਾਮ ਨਹੀਂ ਮਿੱਠਾ ਲੱਗਦਾ। ਜਿੱਦਣ ਨਾਮ ਮਿੱਠਾ ਲੱਗਿਆ ਬਾਬੇ ਫਰੀਦ ਜੀ ਨੂੰ, ਆਖਿਆ ਸਭੇ ਵਸਤੂ ਮਿੱਠੀਆਂ, ਸਾਰੀਆਂ ਚੀਜ਼ਾਂ ਮਿੱਠੀਆਂ ਨੇ। ਮਾਖਿਓ ਮਾਝਾ ਦੁੱਧ ਸ਼ੱਕਰ ਖੰਡ ਮਿਸ਼ਰੀ ਸਾਰੀਆਂ ਮਿੱਠੀਆਂ, ਪਰ ਰੱਬਾ ਤੇਰੇ ਨਾਮ ਦੇ ਤੁਲ, ਤੇਰੇ ਨਾਮ ਰਸ ਦੇ ਤੁਲ ਕੋਈ ਵਸਤੂ ਮਿੱਠੀਆਂ ਨਹੀਂ। ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਰੱਬਾ ਤੇਰੇ ਨਾਮ ਦੇ ਤੁਲ ਨਹੀਂ ਕੋਈ ਚੀਜ਼ ਪੁੱਜਦੀ, ਤੇਰੇ ਨਾਮ ਦੇ ਤੁਲ ਕੋਈ ਚੀਜ਼ ਪਹੁੰਚ ਹੀ ਨਹੀਂ ਸਕਦੀ। ਜੋ ਜੋ ਪੀਵੈ ਸੋ ਤ੍ਰਿਪਤਾਵੈ, ਅਮਰ ਹੋਵੈ ਜੋ ਨਾਮ ਰਸ ਪਾਵੈ। ਜੋ ਜੋ ਵੀ ਕੋਈ ਪੀਂਦਾ ਹੈ ਤੇਰੇ ਪਾਵਨ ਨਾਮ ਰਸ ਨੂੰ, ਉਹਨੂੰ ਤ੍ਰਿਪਤੀ ਆ ਜਾਂਦੀ, ਰੱਜ ਆ ਜਾਂਦੀ ਹੈ। ਅਮਰ ਹੋਵੈ ਜੋ ਨਾਮ ਰਸ ਪਾਵੇ, ਜਿਹਨੇ ਨਾਮ ਦਾ ਰਸ ਚਖ ਲੈਣਾ ਕੀਤਾ ਅਮਰ ਹੋ ਗਿਆ, ਮਿਰਤੂ ਤੋਂ ਰਹਿਤ ਹੋ ਗਿਆ। ਸੁਰ ਨਰ ਮੋਨ ਜਾਣੇ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਮਿਲਦਾ ਕਿੱਥੋਂ ਹੈ? ਗੁਰੂ ਦੇ ਪਾਸੋਂ। ਨਾਮ ਨਿਧਾਨ ਤਿਸੈ ਪ੍ਰਾਪਤ, ਜਿਸ ਸ਼ਬਦ ਗੁਰੂ ਮਨ ਬੂਠਾ ਜੀਓ। ਨਾਮ ਦਾ ਖਜ਼ਾਨਾ ਭਾਈ, ਸੁੱਖਾਂ ਦਾ ਖਜ਼ਾਨਾ ਤਿਸ ਨੂੰ ਪ੍ਰਾਪਤ ਹੁੰਦਾ ਹੈ ਜਿਹਨੂੰ ਸ਼ਬਦ ਗੁਰੂ ਮਿੱਠਾ ਲੱਗਣ ਲੱਗ। ਆਮ ਕਈ ਵਾਰੀ ਸੱਜਣ ਜਦੋਂ ਅੰਮ੍ਰਿਤਪਾਨ ਕਰਦੇ ਨੇ ਤੇ ਸ਼ੁਰੂ ਚ ਉਹਨਾਂ ਦੀ ਇਹ ਕੰਪਲੇਂਟ ਹੁੰਦੀ, ਜੀ ਬਾਣੀ ਤੇ ਪੜ੍ਹਦੇ ਆ ਪਰ ਬਾਣੀ ਦਾ ਰਸ ਨਹੀਂ ਆਉਂਦਾ, ਮਨ ਹੋਰ ਪਾਸੇ ਜਾਂਦਾ। ਤੇ ਉਹਨਾਂ ਦੇ ਚਰਨਾਂ 'ਚ ਬੇਨਤੀ ਹੱਥ ਜੋੜ ਕੇ ਇਹ ਕਰੀਦੀ ਹੈ ਕਿ ਤੁਸੀਂ ਆਪਣਾ ਕਰਮ ਕਰੀ ਚੱਲੋ, ਕਿਤੇ ਇਹ ਸੋਚ ਕੇ ਵੀ ਨਾਮ ਦਾ ਰਸ ਤੇ ਬਾਣੀ ਦਾ ਰਸ ਤੇ ਆਇਆ ਹੀ ਨਹੀਂ, ਕੀ ਕਰਨੀ ਬਾਣੀ ਪੜ੍ਹ ਕੇ। ਨਾ, ਏਦਾਂ ਨਹੀਂ। ਕਬੀਰ ਕੇਸੋ ਕੂਕੀਐ, ਨਾ ਸੋਈਐ ਆਸਾਰ। ਰਾਤ ਦਿਵਸ ਕੈ ਕੂਕਨ, ਕਬਹੂ ਕੈ ਸੁਨੈ ਪੁਕਾਰ। ਕਦੇ ਤਾਂ ਸੁਣੇਗਾ ਹੀ ਨਾ। ਇਸ ਕਰਕੇ ਜਿਨ੍ਹਾਂ ਦੇ ਹਿਰਦੇ ਸ਼ਬਦ ਗੁਰੂ ਦਾ ਆਨੰਦ, ਸ਼ਬਦ ਗੁਰੂ ਦੀ ਮਿਠਾਸ ਆ ਗਈ, ਸ਼ਬਦ ਦਾ ਰਸ ਆ ਗਿਆ, ਉਹਨਾਂ ਦੇ ਹਿਰਦੇ ਮਾਨੋ ਪ੍ਰਮਾਤਮਾ ਆਣ ਵਸਿਆ ਹੈ। ਜਿਨ ਹਰ ਰਸ ਪਾਇਆ ਸੋ ਤ੍ਰਿਪਤ ਅਗਾਨਾ, ਜਿਨ ਹਰ ਸਾਧ ਪਾਇਆ ਸੋ ਨਾਹੇ ਡੋਲਾਨਾ। ਜਿਨ੍ਹਾਂ ਨੇ ਹਰੀ ਦੇ ਨਾਮ ਰਸ ਨੂੰ ਪਾ ਲੈਣਾ ਕੀਤਾ ਸੋ ਤ੍ਰਿਪਤ ਅਗਾਨਾ, ਸਦਾ ਸਦਾ ਲਈ ਤ੍ਰਿਪਤ ਹੋ ਗਏ, ਰੱਜ ਆ ਗਿਆ ਮਨ ਨੂੰ। ਕੁਝ ਹੋਰ ਬਾਕੀ ਰਸ ਕਸ ਭੋਗਣ ਦੀ ਇੱਛਾ ਬਾਕੀ ਨਾ ਰਵੀ। ਜਿਨ ਹਰ ਸਾਧ ਪਾਇਆ ਸੋ ਨਾਹੇ ਡੋਲਾਨਾ। ਜਿਨ੍ਹਾਂ ਨੂੰ ਹਰੀ ਦੇ ਨਾਮ ਦਾ ਸਵਾਦ ਆ ਗਿਆ, ਨਾਮ ਮਿੱਠਾ ਲੱਗਣ ਲੱਗ ਪਿਆ, ਉਹ ਦੁਨਿਆਵੀ ਰਸਾਂ ਕਸਾਂ ਵਿੱਚ ਡੋਲਦੇ ਨਹੀਂ। ਫਿਰ ਉਹਨਾਂ ਨੂੰ
ਭਟਕਣਾ ਜਿਹੜੀ ਉਹਨਾਂ ਦੀ ਮਿਟ ਜਾਂਦੀ ਹੈ। ਉਹ ਸੰਸਾਰੀ ਪਦਾਰਥਾਂ ਦੇ ਵਿੱਚ ਡੋਲਦੇ ਨਹੀਂ ਹਨ। ਤਿਸੈ ਪ੍ਰਾਪਤ ਹਰ ਹਰ ਨਾਮਾ, ਜਿਸ ਮਸਤਕ ਭਾਗੀਠਾ ਜੀਓ। ਤਿਸੈ ਪ੍ਰਾਪਤ ਹਰ ਹਰ ਨਾਮ, ਹਰੀ ਦਾ ਪਾਵਨ ਨਾਮ ਤਿਨਾਂ ਨੂੰ ਪ੍ਰਾਪਤ ਹੁੰਦਾ ਭਾਈ, ਜਿਨ੍ਹਾਂ ਦੇ ਮਸਤਕ ਤੇ ਧੁਰੋਂ ਦਰਗਾਹੋਂ ਭਾਗੀਠਾ ਕਹੀਏ ਉੱਤਮ ਭਾਗ ਲਿਖੇ ਹੁੰਦੇ, ਚੰਗੇ ਭਾਗ ਲਿਖੇ ਹੁੰਦੇ ਨੇ। ਹਰ ਇਕਸ ਹੱਥ ਆਇਆ ਵਰਸਾਣੇ ਬਹੁ ਤੇਰੇ। ਕੱਲ ਵੀ ਵਿਚਾਰ ਆਈ ਸੀ ਕਿ ਪ੍ਰਮਾਤਮਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ 10ਵੇਂ ਜਾਮੇ ਦੇ ਰੂਪ ਵਿੱਚ ਜਦੋਂ ਵਰਤਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥ ਲੱਗਿਆ ਨਿਰੰਕਾਰ। ਧੰਨ ਗੁਰੂ ਨਾਨਕ ਦੇਵ ਜੀ ਦੇ 10ਵੇਂ ਅਵਤਾਰ ਗੁਰੂ ਗੋਬਿੰਦ ਸਿੰਘ ਤੋਂ ਫਿਰ ਅੱਗੇ ਕਿੰਨੇ ਸਾਰੇ ਵਰਸਾਏ ਗਏ। ਹਰ ਇਕਸ ਹੱਥ ਆਇਆ, ਰੱਬ ਕਿਸੇ ਇੱਕ ਦੇ ਹੱਥ ਲੱਗਿਆ। ਵਰਸਾਣੇ ਬਹੁ ਤੇਰੇ, ਤਿਸ ਲਗ ਮੁਕਤ ਭਏ ਘਨੇਰੇ। ਉਸ ਇੱਕ ਦੇ ਚਰਨੀ ਲੱਗ ਕੇ ਸੰਗਤ ਵਿੱਚ ਜੁੜ ਕੇ ਮੁਕਤ ਭਏ ਘਨੇਰੇ। ਘਨੇਰੇ ਕਹੀਏ ਬਹੁਤ ਸਾਰੇ, ਮੁਕਤੀ ਦੇ ਪਦ ਦੇ ਅਧਿਕਾਰੀ ਬਣ ਗਏ। ਨਾਮ ਨਿਧਾਨਾ ਗੁਰਮੁਖ ਪਾਈਐ, ਕਹੋ ਨਾਨਕ ਵਿਰਲੀ ਡੀਠਾ ਜੀਓ। ਨਾਮ ਦਾ ਖਜ਼ਾਨਾ, ਨਾਮ ਨਿਧਾਨਾ ਗੁਰਮੁਖ ਪਾਈਐ, ਗੁਰਾਂ ਦੇ ਪਾਸੋਂ ਪ੍ਰਾਪਤ ਹੁੰਦਾ ਹੈ। ਨਾਮ ਦਾ ਖਜ਼ਾਨਾ ਕਿਸੇ ਹੋਰ ਬੰਨਿਓ ਨਹੀਂ ਵੀ ਕੰਨਾ ਮੰਨਾ ਕੁਰ, ਤੂੰ ਮੇਰਾ ਚੇਲਾ ਮੈਂ ਤੇਰਾ ਗੁਰ, ਐਉਂ ਨਹੀਂ। ਬੜੇ ਅਡੰਬਰਵਾਦੀ ਤੁਰੇ ਫਿਰਦੇ, ਕੋਈ ਕੱਚੇ ਸੌਦੇ, ਕੋਈ ਪੁੱਠੇ ਸੌਦੇ, ਕੋਈ ਹੁਣ ਕਿਹਦਾ ਕਿਹਦਾ ਨਾਂ ਲਈਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ। ਇੰਨਾ ਸਮਾਜ ਨੂੰ ਪਲਿਊਟ ਕੀਤਾ, ਇੰਨਾ ਪ੍ਰਦੂਸ਼ਿਤ ਕੀਤਾ। ਜਿਹੜੇ ਸੋਝੀਵਾਨ ਗੁਰਮੁਖ ਨੇ, ਇੱਜ਼ਤਦਾਰ ਬੰਦੇ ਨੇ ਸਮਾਜ ਦੇ ਵਿੱਚ, ਉਹ ਰੋਜ਼ ਜਦੋਂ ਉਹਨਾਂ ਦੇ ਕੱਚੇ ਚਿੱਠੇ ਅਖਬਾਰਾਂ ਵਿੱਚ ਛਪਦੇ ਨੇ ਤਾਂ ਉਹ ਫਿਰ ਸ਼ਰਮਸ਼ਾਰ ਹੁੰਦੇ ਵੀ ਇਹੋ ਜਿਹੇ ਵੀ ਰੱਬਾ ਤੂੰ ਭੇਜਣੇ ਸੀ ਦੁਨੀਆ ਤੇ। ਅਖੌਤੀ ਰੱਬ ਬਣਾ ਕੇ ਆਪੂ ਹੀ ਬਣੇ ਰੱਬ। ਸੋ ਜਦੋਂ ਉਹਨਾਂ ਦੇ ਕੱਚੇ ਚਿੱਠੇ ਸਾਹਮਣੇ ਆਉਂਦੇ ਨੇ ਤੇ ਫਿਰ ਲੋਕਾਂ ਨੂੰ, ਜਿਹੜੇ ਉਹਨਾਂ ਦੇ ਫਾਲੋਅਰਸ ਹੁੰਦੇ ਨੇ, ਜਿਹੜੇ ਉਹਨਾਂ ਦੀ ਮਾਨਤਾ ਕਰਨ ਵਾਲੇ ਹੁੰਦੇ ਨੇ, ਚੱਪਣੀ ਚ ਪਾਣੀ ਨਹੀਂ ਥਿਆਉਂਦਾ ਨੱਕ ਡੁੱਬ ਕੇ ਮਰਨ ਨੂੰ। ਏਦਾਂ ਦੇ ਵੀ ਰੱਬ ਮਹਾਰਾਜ ਦੇ ਬਚਨ ਪੂਰੇ ਹੋ ਰਹੇ ਨੇ। ਘਰ ਘਰ ਹੋਏ ਬਹੇਂਗੇ ਰਾਮਾ, ਤਿੰਨ ਤੇ ਸਰੈ ਨ ਕਛੂਐ ਕਾਮਾ। ਕਹਿੰਦੇ ਘਰੋਂ ਘਰੀ ਰੱਬ ਬਣੇ ਬੈਠੇ ਹੋਣਗੇ, ਪਰ ਕਿਸੇ ਦਾ ਕਾਰਜ, ਜੀਵਨ ਜ਼ਿੰਦਗੀ ਦੀ ਸਫਲਤਾ ਦਾ ਇੱਕ ਧੇਲੇ ਜਿੰਨਾ ਨਹੀਂ ਸਵਾਰਨਾ। ਇਸ ਕਰਕੇ ਹਜੂਰ ਬਚਨ ਕਰਦੇ ਨੇ ਭਾਈ, ਇਹ ਨਾਮ ਦਾ ਰਸ, ਨਾਮ ਨਿਧਾਨਾ ਗੁਰਮੁਖ ਪਾਈਏ। ਮੁਖੀ ਗੁਰੂ ਤੋਂ, ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਪ੍ਰਾਪਤ ਹੁੰਦਾ ਹੈ। ਕਹੋ ਨਾਨਕ ਵਿਰਲੀ ਡੀਠਾ ਜੀਓ। ਇਹ ਗੱਲ ਸਾਰੀ ਦੁਨੀਆ ਦੀ ਅਕਲ ਚ ਨਹੀਂ ਆਉਂਦੀ। ਇਹ ਕੇਵਲ ਵਿਰਲੇ ਵਿਰਲੇ ਗੁਰਸਿੱਖਾਂ ਪਿਆਰਿਆਂ ਦੀ ਸਮਝ ਚ ਗੱਲ ਆਉਂਦੀ ਹੈ ਭਈ ਰੱਬ ਦੀ ਪ੍ਰਾਪਤੀ ਗੁਰੂ ਤੋਂ ਬਿਨਾਂ ਹੋ ਨਹੀਂ ਸਕਦੀ। ਗੁਣਾਂ ਦਾ ਖਜ਼ਾਨਾ ਜੋ ਪ੍ਰਮਾਤਮਾ, ਉਹਦੀ ਪ੍ਰਾਪਤੀ ਗੁਰਸਿੱਖਾਂ ਤੋਂ ਬਿਨਾਂ, ਗੁਰੂ ਸਾਹਿਬ ਜੀ ਤੋਂ ਬਿਨਾਂ, ਮੁਖੀ ਗੁਰੂ ਤੋਂ ਬਿਨਾਂ ਹੋ ਨਹੀਂ ਸਕਦੀ। ਸੋ ਇਸ ਪ੍ਰਕਾਰ ਇੱਥੇ ਸਮਾਪਤੀ ਹੈ। ਭਲਕੇ ਸ਼ਬਦ ਆਵੇਗਾ ਜੀ। ਮਾਝ ਮਹੱਲਾ ਪੰਜਵਾ। ਨਿੱਧ ਸਿੱਧ ਰਿੱਧ ਹਰ 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 ਮੇਰਾ, ਜਨਮ ਪਦਾਰਥ ਗੈਰ ਗੰਭੀਰੈ। ਲਾਖ ਕੋਟ ਖੁਸ਼ੀਆਂ ਰੰਗ ਰਾਵੈ, ਜੋ ਗੁਰ ਲਾਗਾ ਭਾਈ ਜੀਓ। ਸੋ ਇੱਥੇ 101 ਅੰਗ ਤੇ ਕਥਾ ਵਿਚਾਰ ਗੁਰੂ ਕਿਰਪਾ ਸਦਕਾ ਪਹੁੰਚਿਆ ਹੈ। ਆਓ ਸਮਾਪਤੀ ਦੀਆਂ ਪੰਕਤੀਆਂ ਸਰਵਣ ਕਰੀਏ, ਫਿਰ ਅਰਦਾਸ ਬੇਨਤੀ ਹੋਵੇਗੀ। ਹਰ ਇਕਸ ਹੱਥ ਆਇਆ ਵਰਸਾਣੇ ਬਹੁ ਤੇਰੇ, ਤਿਸ ਲਗ ਮੁਕਤ ਭਏ ਘਨੇਰੇ। ਨਾਮ ਨਿਧਾਨਾ ਗੁਰਮੁਖ ਪਾਈਐ, ਕਹੋ ਨਾਨਕ ਵਿਰਲੀ ਡੀਠਾ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ,
अविनाशी अगनाश। हे पूरन हे सर्ब मैं दुख भंजन गुण तास। हे संगी हे निरंकार हे निर्गुण सब टेक। हे गोबिंद हे गुण निधान जाके सदा विवेक। हे अपरंपर हर हरे है पिहो बनहार। हे संतां कै सदा संग निधारा आधार। हे ठाकुर हऊँ दासरू मैं निर्गुण गुण नहीं कोय। नानक दीजै नाम दान राखो हिय परोए। आए प्रभ शरणागति कृपा निध दयाल। एक अखर हर मन बस्त नानक होत निहाल। वाहिगुरु नाम जहाज है चढ़ह सो उतरह पार। जो शरदा कर सेवंदी गुरु पार उतारन हार। जो शरदा कर सेवंदी गुरु पार उतारन हार। वाहिगुरु जी का खालसा वाहिगुरु जी की फतेह। तू ठाक